ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਸਾਰੇ ਜਾਣਦੇ ਹੋ ਕਿ ਸਾਉਣ ਦਾ ਮਹੀਨਾ ਚੱਲ ਰਿਹਾ, ਥੋੜੇ ਦਿਨ ਤੱਕ ਤੀਆਂ ਦੀ ਸ਼ੁਰੂਆਤ ਹੋ ਜਾਣੀ ਆ। ਇਸੇ ਕੰਸੈਪਟ ਦੇ ਵਿੱਚ ਸਾਨੂੰ ਐਵੇਂ ਸੀ ਕਿ ਮੈਡਮ ਲੋਕਧਾਰਾ 'ਤੇ ਕੰਮ ਕਰਦੇ ਨੇ, ਠੀਕ ਹੈ। ਮੈਡਮ ਨੇ ਬਹੁਤ ਸਾਰਾ ਲੋਕਧਾਰਾ 'ਤੇ ਕੰਮ ਕਰਵਾਇਆ, ਫੀਲਡ ਦੇ ਵਿੱਚ ਬਹੁਤ ਬੱਚਿਆਂ ਨੇ ਕੰਮ ਕੀਤਾ। ਮੈਂ ਮੈਡਮ ਕੋਲੇ ਗਿੱਧੇ 'ਤੇ ਕੰਮ ਕਰ ਰਹੀ ਹਾਂ। ਮੇਰਾ ਜੀ ਸੀ ਕਿ ਮੈਂ ਮੈਡਮ ਕੋਲੇ ਜਾਵਾਂ ਅਤੇ ਗਿੱਧੇ ਬਾਰੇ, ਤੀਆਂ ਬਾਰੇ, ਖਾਸ ਕਰਕੇ ਸਾਉਣ 'ਚ ਜਿਹੜੀਆਂ ਤੀਆਂ ਲੱਗਦੀਆਂ ਉਹਦੇ ਬਾਰੇ ਮੈਡਮ ਤੋਂ ਕੁਛ ਥੋੜ੍ਹਾ ਬਹੁਤਾ ਲੋਕਾਂ ਨਾਲ ਸ਼ੇਅਰ ਕਰਾਂ ਅਤੇ ਆਪ ਨੌਲੇਜ ਲੈ ਕੇ ਆਵਾਂ, ਤਾਂ ਕਿ ਲੋਕਾਂ ਨੂੰ ਤੀਜ ਅਤੇ ਤੀਆਂ ਦੇ ਦਿਨਾਂ ਅਤੇ ਤੀਆਂ ਦੀ ਜਿਹੜੀਆਂ ਮਿੱਥਾਂ, ਜਿਹੜੀਆਂ ਅਲੱਗ-ਅਲੱਗ ਤੀਆਂ ਦੀ ਗਿੱਧੇ ਦੀਆਂ ਬੋਲੀਆਂ, ਉਹਨਾਂ ਬਾਰੇ ਥੋੜ੍ਹਾ ਬਹੁਤਾ ਅਸੀਂ ਜਾਣਕਾਰੀ ਲੈ ਸਕੀਏ। ਇਸੇ ਨਾਲ ਹੀ ਮੇਰੇ ਨਾਲ ਭਿੰਦਰ ਕੌਰ ਆਏ ਹੋਏ ਆ, ਉਹਨਾਂ ਦਾ ਕੰਮ ਦੋਹੇ 'ਤੇ ਹੈ ਅਤੇ ਉਹ ਵੀ ਲੋਕਧਾਰਾ ਦੇ ਫੀਲਡ 'ਚ ਕੰਮ ਕਰਦੇ ਆ। ਇਹ ਮੈਡਮ ਦੇ ਬੇਟੀ ਨੇ। ਤਾਂ ਅਸੀਂ ਸਾਰੇ ਰੰਗ ਬਿਰੰਗੇ ਬਣ ਕੇ ਮੈਡਮ ਕੋਲੇ ਤੀਆਂ ਇੰਜੋਏ ਕਰਨ ਹੀ ਆਏ ਹੋਏ ਆ। ਅਸੀਂ ਇਹ ਸੋਚਦੇ ਹਾਂ ਕਿ ਅਸੀਂ ਇਹ ਗੱਲਾਂ ਬਾਤਾਂ ਦੇ ਵਿੱਚ ਮੈਡਮ ਕੋਲੇ ਤੀਆਂ ਦੀਆਂ ਬੋਲੀਆਂ, ਤਮਾਸ਼ਾ ਰਾਹੀਂ ਤੀਆਂ ਇੰਜੋਏ ਕਰਕੇ ਜਾਵਾਂਗੇ। ਆਓ ਆਪਾਂ ਮੈਡਮ ਤੋਂ ਤੀਆਂ ਦੇ ਬਾਰੇ ਕੁਝ ਸਵਾਲ ਪੁੱਛਦੇ ਹਾਂ ਅਤੇ ਕੁਛ ਜਾਣਕਾਰੀ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪੁੱਛਾਂਗੇ ਵੀ ਤੀਜ ਦੇ ਤਿਉਹਾਰ, ਵੀ ਤੀਜ ਦਾ ਤਿਉਹਾਰ ਅਤੇ ਤੀਆਂ ਕਿਉਂ ਲੱਗਦੀਆਂ ਨੇ ਅਤੇ ਇਹਦਾ ਮਤਲਬ ਤੀਜ ਨਾਲ ਕੀ ਸੰਬੰਧ ਹੈ ਅਤੇ ਇਹਦੇ ਵਿੱਚ ਕੀ ਕੀ ਮਿੱਥਾਂ ਜੁੜੀਆਂ ਨੇ, ਕਿੰਨੇ ਦਿਨ ਲੱਗਦੀਆਂ ਨੇ, ਇਸ ਬਾਰੇ ਜਾਣਕਾਰੀ ਲਵਾਂਗੇ। ਇੱਕ ਤਾਂ ਤੂੰ ਬਲਜਿੰਦਰ ਮੇਰਾ ਖਿਆਲ ਨਾਲ ਇੰਨੇ ਸਵਾਲ ਇਕੱਠੇ ਹੀ ਕਰਤੇ, ਤੂੰ ਆਰਾਮ ਨਾਲ ਦੱਸਦੀ ਆ ਮੈਂ ਤੁਹਾਨੂੰ ਤੀਆਂ ਬਾਰੇ। ਠੀਕ ਹੈ ਜੀ। ਵੈਸੇ ਤਾਂ ਤੇਰਾ ਕੰਮ ਤੀਜ ਬਾਰੇ ਦੱਸ ਦਿਓ ਤੁਸੀਂ ਸਾਨੂੰ, ਵੀ ਤੀਜ ਦੇ ਤਿਉਹਾਰ ਤੇ ਮਤਲਬ ਇਹ ਤੀਆਂ ਮਤਲਬ ਕਿਹੜੇ ਸਮੇਂ 'ਚ ਲੱਗਦੀਆਂ ਨੇ, ਹਨਾ, ਇਸ ਬਾਰੇ ਦੱਸ ਦਿਓ। ਸਾਉਣ ਦੇ ਮਹੀਨੇ ਦੇ ਵਿੱਚ ਚਾਨਣੇ ਪੱਖ ਨੂੰ ਜਿਹੜੀ ਤੀਜ, ਸੁਦੀ ਤੀਜ ਉਸ ਨੂੰ ਕਹਿੰਦੇ ਨੇ, ਉਸ ਨੂੰ ਲੱਗਦੀਆਂ ਨੇਗੀਆਂ। ਹੁਣ ਇਸ ਮਹੀਨੇ ਦੇ ਵਿੱਚ 31 ਤਰੀਕ ਨੂੰ ਤੀਜ ਆ ਰਹੀ ਹੈ, ਸੁਦੀ ਤੀਜ। ਇੱਕ ਵਧੀ ਤੀਜ ਹੁੰਦੀ ਹੈ, ਇੱਕ ਸੁਦੀ ਤੀਜ ਹੁੰਦੀ ਹੈ, ਉਹ ਹਨੇਰੇ ਪੱਖ ਦੀ ਹੁੰਦੀ ਹੈ। ਤੀਆਂ ਜਿਹੜੀਆਂ ਸੁਦੀ ਪੱਖ ਦੀ ਤੀਜ ਨੂੰ ਲੱਗਦੀਆਂ ਨੇਗੀਆਂ। ਤੀਜ ਤਾਂ ਇਹਨੂੰ ਤਾਂ ਕਹਿ ਦਿੰਦੇ ਨੇਗੇ। ਹੁਣ ਤੁਸੀਂ ਅਗਲਾ ਸਵਾਲ ਕੀਤਾ ਸੀ ਕਿ ਇਹ ਜਿਹੜੀਆਂ ਤੀਆਂ ਕਿੰਨੇ ਦਿਨ ਲੱਗਦੀਆਂ ਨੇ। ਤੀਆਂ ਵੈਸੇ ਤਾਂ 13 ਦਿਨ ਲੱਗਦੀਆਂ ਨੇ, ਠੀਕ ਹੈ। ਪਰ ਕਿਉਂਕਿ ਜਿਹੜੀ ਇਹਦੀ ਸ਼ੁਰੂਆਤ ਹੈ, ਪੇਕਿਆਂ ਤੋਂ ਭਰਾ ਜਦੋਂ ਲੈਣ ਆਉਂਦੇ ਸੀ, ਹੁਣ ਤਾਂ ਤੀਆਂ ਦਾ ਰੂਪ ਹੀ ਬਦਲ ਗਿਆ। ਆਪਾਂ ਕਹਿ ਦਈਏ ਉਹੋ ਜਿਹੀਆਂ ਤੀਆਂ ਨਹੀਂ ਰਹੀਆਂ, ਹੁਣ ਤਾਂ ਕੁਛ ਦਿਨਾਂ ਤੱਕ ਸੁੰਗੜ ਗਈਆਂ ਨੇ ਇਹ ਤੀਆਂ। ਪਹਿਲਾਂ ਜਦੋਂ ਤੀਆਂ ਲੱਗਦੀਆਂ ਹੁੰਦੀਆਂ ਸੀ ਤਾਂ ਇੱਕੋਂ ਵਾਲੇ ਦਿਨ ਹੀ ਇਹਦੀ ਤਿਆਰੀ ਸ਼ੁਰੂ ਹੋ ਜਾਂਦੀ ਸੀ, ਕਿਉਂਕਿ ਸਹੁਰਿਆਂ ਤੋਂ ਭਰਾ ਕੁੜੀਆਂ ਨੂੰ ਲੈਣ ਜਾਂਦੇ ਹੁੰਦੇ ਸੀਗੇ ਜਦੋਂ ਚੜ੍ਹਦੇ ਪੱਖ ਦੀ ਇੱਕੋ ਹੁੰਦੀ ਹੈ। ਅਤੇ ਦੂਜ ਵਾਲੇ ਦਿਨ ਮਹਿੰਦੀਆਂ ਹੁੰਦੀਆਂ ਸੀ ਅਤੇ ਵੰਗਾਂ ਚੜ੍ਹਾਉਂਦੀਆਂ ਸੀ ਕੁੜੀਆਂ। ਪਹਿਲੇ ਉਸ ਦਿਨ ਨੂੰ ਮਹਿੰਦੀਆਂ ਕਹਿੰਦੇ ਨੇਗੀਆਂ, ਠੀਕ ਹੈ। ਸੋ ਤੀਜ ਵਾਲੇ ਦਿਨ ਤਾਂ ਤੀਆਂ ਸ਼ੁਰੂ ਹੋ ਜਾਂਦੀਆਂ ਨੇ, ਜੇ ਆਪਾਂ ਕਹਿ ਲਈਏ। ਇਸ ਕਰਕੇ ਤੀਜ ਤੋਂ, ਕਿਉਂਕਿ ਆਪਾਂ ਜੇ ਉਹ ਨਾ ਮੰਨੀਏ ਚੰਦ ਦੇ ਗੋਡੀ ਮਾਰਨ ਤੱਕ, ਪੂਰਨਮਾਸ਼ੀ ਤੱਕ, ਠੀਕ ਹੈ। ਤੀਆਂ ਦਾ ਜਿਹੜਾ ਆਪਾਂ ਕਹਿ ਲਈਏ ਅਖੀਰਲਾ ਦਿਨ, ਉਹ 14 ਜਾਂ ਫਿਰ ਗੋਡੀ ਮਾਰਨ ਵਾਲੇ ਦਿਨ ਤੱਕ, ਪੂਰਨਮਾਸ਼ੀ ਤੱਕ ਕਹੀਏ ਆਪਾਂ, ਠੀਕ ਹੈ, ਹੁੰਦਾ ਹੈਗਾ। ਉਦੋਂ ਤੱਕ ਇਹ ਜਿਹੜੀਆਂ ਤੀਆਂ ਲੱਗਦੀਆਂ ਨੇਗੀਆਂ। ਹੁਣ ਅਗਲੀ ਗੱਲ, ਤੁਹਾਡੇ ਅੱਜ ਕੱਲ੍ਹ ਜਿਹੜੀ ਗੱਲ ਵਿੱਚ ਕਨਫਿਊਜ਼ ਹੁੰਦਾ ਹੈ, ਆਪਾਂ ਇਹਨੂੰ ਵਾਰ-ਵਾਰ ਸ਼ਬਦ ਤੀਜ ਵਰਤਦੇ ਹਾਂ, ਕਿਉਂਕਿ ਸ਼ਹਿਰੀ ਇਲਾਕਿਆਂ ਦੇ ਵਿੱਚ ਹੈ ਜਿਹੜੇ ਇਹ ਇੱਕ ਮੇਲੇ ਵਜੋਂ ਮਨਾਉਣਾ ਸ਼ੁਰੂ ਹੋ ਗਿਆ। ਔਰਤ ਦੇ ਪੜ੍ਹਨ ਲਿਖਣ ਨਾਲ ਜਦੋਂ ਨੌਕਰੀ ਕਰਨ ਲੱਗ ਗਈਆਂ ਔਰਤਾਂ, ਇੰਨੇ ਦਿਨ ਪੇਕੇ ਰਹਿਣਾ ਕੋਈ ਸੌਖਾ ਨਹੀਂ ਹੁੰਦਾ, ਠੀਕ ਹੈ। ਛੁੱਟੀ ਲੈ ਕੇ ਬੰਦਾ ਕਿੰਨਾ ਕੁ ਚਿਰ ਰਹਿ ਸਕਦਾ ਹੈ। ਸੋ ਉਹ ਭਾਈ ਆਪਦੇ ਇੱਕ ਦਿਨ ਲਈ ਮਨਾ ਲੈਂਦੀਆਂ ਨੇ। ਇਹ ਮੇਲੇ ਦੇ ਰੂਪ ਦੇ ਵਿੱਚ ਹੁਣ ਤਬਦੀਲ ਹੋਣਾ ਸ਼ੁਰੂ ਹੋ ਗਿਆ। ਬੇਸਿਕਲੀ ਜੇ ਆਪਾਂ ਸਮਝੀਏ ਤਾਂ ਜਿਹੜੀਆਂ ਤੀਆਂ ਨੇਗੀਆਂ, ਇਹ ਤਿਉਹਾਰ ਨੇ, 13 ਦਿਨ ਦਾ ਤਿਉਹਾਰ ਹੈ, ਜਿਹੜਾ ਪੰਜਾਬ ਦੇ ਵਿੱਚ ਤਾਂ ਮਨਾਇਆ ਹੀ ਜਾਂਦਾ, ਬਲਕਿ ਸਾਰੇ ਉੱਤਰੀ ਭਾਰਤ ਦੇ ਵਿੱਚ ਜਾਂ ਹੋਰਾਂ ਇਲਾਕਿਆਂ ਦੇ ਵਿੱਚ ਵੀ ਮਨਾਇਆ ਜਾਂਦਾ। ਇਹ ਇਕੱਲਾ ਪੰਜਾਬੀਆਂ ਦਾ ਤਿਉਹਾਰ ਨਹੀਂ ਹੈ। ਕਿਸੇ ਥਾਂ 'ਤੇ ਤਾਂ ਇਹ 3 ਦਿਨ ਲਈ ਮਨਾਇਆ ਜਾਂਦਾ ਹੈ, ਠੀਕ ਹੈ। ਕਿਸੇ ਥਾਂ 'ਤੇ ਇਹ 1 ਦਿਨ ਮਨਾ ਲਿਆ ਜਾਂਦਾ ਹੈਗਾ। ਪਰ ਪੰਜਾਬ ਦੇ ਵਿੱਚ ਆਪਾਂ ਜੇ ਦੇਖੀਏ, ਇਹ ਤਿਉਹਾਰ ਵਜੋਂ 13 ਦਿਨ ਮਨਾਇਆ ਜਾਂਦਾ ਅਤੇ ਸ਼ਹਿਰਾਂ ਦੇ ਵਿੱਚ ਇਹ ਮੇਲਿਆਂ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਭਾਵੇਂ ਤਿਉਹਾਰ, ਪਰ ਇਹ ਤਿਉਹਾਰ ਹੈ ਜਿਹੜਾ ਨਾ ਆਊਟਡੋਰ ਹੈ, ਇਹ ਘਰਾਂ ਤੋਂ ਬਾਹਰ ਮਨਾਇਆ ਜਾਂਦਾ ਹੈਗਾ। ਜਦੋਂ ਕਿ ਸਾਡੇ ਜਿਹੜੇ ਦੂਜੇ ਤਿਉਹਾਰ ਹੈ ਉਹ ਅੰਦਰ, ਚਾਰ ਦੀਵਾਰੀ ਦੇ ਅੰਦਰ ਸਾਡੇ ਘਰਾਂ ਦੇ ਵਿੱਚ ਮਨਾਏ ਜਾਂਦੇ ਸੀ। ਹੋਰ ਦੱਸੋ। ਇੱਕ ਮੈਡਮ, ਜਿਵੇਂ ਆਪਾਂ ਕਹਿੰਦੇ ਵੀ ਤੀਜ ਵੱਖ ਮਤਲਬ ਭਾਰਤ ਦੇ ਸਾਰੇ ਕਿਤੇ ਮਨਾਈ ਜਾਂਦੀ ਹੈ, ਕਿਸੇ ਦਾ ਕੁਛ ਹੈ, ਹਰ ਇੱਕ ਥਾਂ 'ਤੇ ਪੂਜਾ ਕੀਤੀ ਜਾਂਦੀ, ਕਿਤੇ ਕਿਸੇ ਨੂੰ ਕਹਿੰਦੇ ਵੀ ਉਹ ਵੱਖਰੇ ਵੱਖਰੇ, ਜਿਵੇਂ ਹਰਿਆਣੇ ਦੇ ਵਿੱਚ ਵੀ ਪੂਜਾ ਕਰੀ ਜਾਂਦੀ ਹੈ। ਪਰ ਜਿਹੜਾ ਪੰਜਾਬ ਦਾ
ਜਿਹੜਾ ਆਪਾਂ ਮੰਨਦੇ ਹਾਂ ਪੰਜਾਬ ਦਾ ਜਿਹੜਾ ਤਿਉਹਾਰ ਹੈ, ਇਹਨੂੰ ਆਪਾਂ ਇਹਦੇ ਵਿੱਚ ਕਿਸੇ ਦੀ ਪੂਜਾ ਨਹੀਂ ਕੀਤੀ। ਤੁਸੀਂ ਕੀ ਮੰਨਦੇ ਹੋ ਇਸ ਬਾਰੇ, ਵੀ ਪੂਜਾ ਹੁੰਦੀ ਹੈ ਕਿ ਕਿਸ ਚੀਜ਼ ਦੀ ਨਹੀਂ ਹੁੰਦੀ, ਜਾਂ ਇਹਨੂੰ ਤੁਸੀਂ ਮੌਸਮੀ ਤਿਉਹਾਰ ਮੰਨਦੇ ਹੋ? ਦੇਖੋ ਕੁਛ ਇਲਾਕਿਆਂ ਦੇ ਵਿੱਚ ਤਾਂ ਆਪਾਂ ਕਹਿ ਲਈਏ ਕਿ ਇਹਨੂੰ, ਵੈਸੇ ਤਾਂ ਸਾਰੇ ਕਿਤੇ ਹੀ ਇਹਨੂੰ ਗੌਰੀ ਦੇ ਨਾਲ ਜੋੜਿਆ ਜਾਂਦਾ, ਠੀਕ ਹੈ, ਕਿਉਂਕਿ ਸਾਡੇ ਜਿੰਨੇ ਵੀ ਤਿਉਹਾਰ ਨੇ ਉਹ ਸਾਡੀ ਖੇਤੀ ਦੇ ਨਾਲ ਜੁੜੇ ਹੋਏ ਹੁੰਦੇ ਨੇ। ਇਹ ਮਹੀਨਾ ਸਾਉਣ ਦਾ ਹੈ, ਜਿਵੇਂ ਧਰਤੀ ਹਰੀ ਭਰੀ ਹੁੰਦੀ ਹੈ ਉਸੇ ਤਰ੍ਹਾਂ ਹੀ ਜਿਹੜਾ ਮਨੁੱਖ ਹੈ ਜਾਂ ਔਰਤ ਹੈ ਉਹ ਵੀ ਹਰੀ ਭਰੀ ਹੋਣਾ ਚਾਹੁੰਦੀ ਹੈ। ਔਰਤ ਨੂੰ ਅਸੀਂ ਧਰਤੀ ਦੇ ਨਾਲ ਜੋੜਦੇ ਹਾਂ, ਠੀਕ ਹੈ। ਤੁਸੀਂ ਸਾਡੇ ਗਿੱਧੇ ਦੀਆਂ ਜਦੋਂ ਤੁਸੀਂ ਅਦਾਵਾਂ ਦੇਖਦੇ ਹੋ, ਉਹਨਾਂ ਦੇ ਵਿੱਚੋਂ ਉਹ ਸਿੱਧਾ ਉਹਦਾ ਸੰਬੰਧ ਹੈ ਜਿਹੜਾ ਗੌਰੀ ਪੂਜਨ ਨਾਲ ਹੀ ਜੁੜਦਾ, ਧਰਤੀ ਪੂਜਨ ਨਾਲ ਜੁੜਦਾ। ਜਦੋਂ ਅਸੀਂ ਹੱਥਾਂ ਦੀ ਤਾਲ ਦੇ ਕੇ ਬਿਲਕੁਲ ਉਹਨੂੰ ਜ਼ਮੀਨ ਵੱਲ ਨੂੰ ਲੈ ਕੇ ਆਉਂਦੇ ਹਾਂ ਨਾ, ਤਾਂ ਉਹਦਾ ਸੰਬੰਧ ਗੌਰੀ ਨਾਲ ਹੀ ਜੁੜਦਾ ਹੈ। ਹੋ ਸਕਦਾ ਹੌਲੀ ਹੌਲੀ ਮਤਲਬ ਜਿਹੜਾ ਇਹਨੂੰ ਕੁਛ ਲੋਕਾਂ ਨੇ ਧਰਮ ਨਾਲ ਜੋੜ ਲਿਆ ਹੋਵੇ, ਪਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਤਿਉਹਾਰ ਨੇ ਉਹ ਲੋਕ ਧਰਮ ਨਾਲ ਸੰਬੰਧਿਤ ਨੇ, ਕਿਸੇ ਇੱਕ ਵਿਸ਼ੇਸ਼ ਧਰਮ ਨਾਲ ਸੰਬੰਧਿਤ ਨਹੀਂ ਗੀਆਂ। ਪਹਿਲੇ ਹੀ ਗੱਲ ਤਾਂ ਜਿਹੜੀਆਂ ਤੀਆਂ ਨੇ, ਜਿਹੋ ਜਿਹਾ ਕਿਸੇ ਧਰਤੀ ਦਾ ਪੌਣ ਪਾਣੀ ਹੁੰਦਾ ਉਹਦੇ ਤਿਉਹਾਰ ਵੀ ਉਹੋ ਜਿਹੇ ਹੀ ਹੁੰਦੇ ਨੇ। ਸਾਡਾ ਕਿਉਂਕਿ ਖੇਤੀ ਪ੍ਰਧਾਨ ਸੂਬਾ ਸੀ, ਤੇ ਸਾਡੀ ਜਿਹੜੀ ਧਰਤੀ ਹੈ, ਇਹ ਜਿਹੜੀ ਤੀਜ ਹੈ ਜਾਂ ਆਪਾਂ ਕਹਿ ਲਈਏ ਤੀਆਂ ਨੇ, ਇਹ ਹਰਿਆਲੀ ਦੇ ਨਾਲ ਜੁੜੀਆਂ ਹੋਈਆਂ ਨੇ। ਇਹ ਧਰਤੀ ਦੇ ਹਰੇ ਭਰੇ ਹੋਣ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਧਰਤੀ ਨੂੰ, ਪ੍ਰਕਿਰਤੀ ਨੂੰ ਅਸੀਂ ਕਿਹਦੇ ਨਾਲ ਜੋੜਦੇ ਹਾਂ? ਔਰਤ ਨੂੰ ਅਸੀਂ ਕਿਹਦੇ ਨਾਲ ਜੋੜਦੇ ਹਾਂ? ਔਰਤ ਤੇ ਪ੍ਰਕਿਰਤੀ ਅਸੀਂ ਇਹਨਾਂ ਨੂੰ ਇੱਕ ਸਮਝਦੇ ਹਾਂ, ਠੀਕ ਹੈ। ਸੋ ਇਸ ਕਰਕੇ ਜਿਵੇਂ ਔਰਤ ਵੀ ਉਵੇਂ ਹਰੀ ਭਰੀ ਹੋਣਾ ਚਾਹੁੰਦੀ ਹੈ, ਜਿਵੇਂ ਧਰਤੀ ਹਰੀ ਭਰੀ ਹੋਣਾ ਚਾਹੁੰਦੀ ਹੈ। ਸੋ ਸਾਡੇ ਜਿਹੜੇ ਤਿਉਹਾਰ ਨੇ ਇਸ ਤਰ੍ਹਾਂ ਦੇ ਤੀਆਂ ਵਰਗੇ, ਉਹ ਨਾਰੀ ਦੀ ਪ੍ਰਜਨਨ ਸ਼ਕਤੀ ਤੇ ਧਰਤੀ ਦੀ ਪ੍ਰਜਨਨ ਸ਼ਕਤੀ ਦੇ ਵਿੱਚ ਇੱਕ ਰੂਪਤਾ ਸਿਰਜਦੀ ਹੈ। ਤਾਂ ਹੁਣ ਤੁਸੀਂ 13 ਦਿਨ ਕਹੋਗੇ, ਸਾਡੇ ਬਾਕੀ ਤਿਉਹਾਰ ਵੀ ਕਿਉਂਕਿ ਚੰਦਰਮਾ ਨਾਲ ਜੁੜੇ ਹੋਏ ਨੇ, ਚੰਦਰਮਾ ਦੇ ਪੱਖ ਦੇ ਨਾਲ। ਸੋ ਇਹ ਜਿਹੜੀਆਂ ਤੀਆਂ ਵੀ ਆਪਾਂ ਕਹਿ ਲਈਏ ਕਿ ਤੀਜ ਸੁਦੀ ਨੂੰ, ਚਾਨਣੇ ਪੱਖ ਨੂੰ, ਸਾਉਣ ਦੀ ਨੂੰ ਸ਼ੁਰੂ ਹੁੰਦੀਆਂ ਨੇ। ਇੱਕੋਂ ਤੋਂ ਸ਼ੁਰੂ ਹੋ ਜਾਂਦੀਆਂ ਬੇਸਿਕਲੀ ਤਾਂ ਆਪਾਂ ਜੇ ਦੇਖੀਏ, ਕਿਉਂਕਿ ਇੱਕੋਂ ਨੂੰ ਭਰਾਵਾਂ ਨੇ ਲੈ ਕੇ ਆਉਣਾ ਹੁੰਦਾ ਹੈਗਾ ਪੇਕਿਆਂ ਤੋਂ ਕੁੜੀਆਂ ਨੂੰ, ਫਿਰ ਅਗਲੇ ਦਿਨ ਮਹਿੰਦੀਆਂ ਹੁੰਦੀਆਂ, ਚੂੜੀਆਂ ਚੜਾਉਣੀਆਂ ਹੁੰਦੀਆਂ ਨੇਗੀਆਂ। ਤੇ ਅੱਜ ਕੱਲ੍ਹ ਤਾਂ ਤੀਜ ਨੂੰ ਹੀ ਮਹਿੰਦੀਆਂ ਲਾ ਲੈਂਦੇ ਨੇ, ਨਹੀਂ ਤਾਂ ਇੱਕ ਦਿਨ ਪਹਿਲਾਂ ਦੂਜ ਨੂੰ ਮਹਿੰਦੀ ਲਾਉਂਦੇ ਸੀ ਤੇ ਤੀਜ ਨੂੰ ਸ਼ੁਰੂ ਹੋ ਜਾਂਦੀਆਂ ਸੀ ਤੀਆਂ। ਤੇ ਫਿਰ 14 ਤੱਕ ਤੇ ਜਾਂ ਫਿਰ ਪੂਰਨਮਾਸ਼ੀ ਤੱਕ ਜਿਹੜੀਆਂ ਤੀਆਂ ਦੀ ਸਮਾਪਤੀ ਹੁੰਦੀ ਹੈਗੀ। ਸੋ ਇਉਂ ਕਰਕੇ 13 ਦਿਨ ਤੀਆਂ ਲੱਗਦੀਆਂ ਸੀ। ਇੱਕ ਅੱਧਾ ਦਿਨ ਘੱਟ ਵੱਧ ਵੀ ਸਕਦਾ ਹੁੰਦਾ, ਪਰ ਵੱਧਦਾ ਨਹੀਂ ਕਦੇ ਵੀ। ਪੂਰਨਮਾਸ਼ੀ ਤੋਂ ਬਾਅਦ ਗਿੱਧਾ ਨਹੀਂ ਪਾਇਆ ਜਾਂਦਾ, ਉਸ ਤੋਂ ਪਹਿਲਾਂ ਹੀ ਪਾਇਆ ਜਾਂਦਾ। ਮੰਮੀ ਤੁਸੀਂ ਹੁਣੇ ਕਿਹਾ ਕਿ ਭਰਾ ਲੈ ਕੇ ਆਉਂਦੇ ਸੀ, ਇੱਥੋਂ ਮੇਰਾ ਇੱਕ ਕੁਐਸਚਨ ਹੁਣੇ ਮੇਰੇ ਦਿਮਾਗ 'ਚ ਆਇਆ। ਪਹਿਲਾਂ ਹਮੇਸ਼ਾ ਕਹਿੰਦੇ ਸੀ ਵੀ ਕੁੜੀਆਂ ਪੇਕੇ ਆਉਣਗੀਆਂ ਤੀਆਂ ਲੱਗਦੀਆਂ ਨੇ, ਹਰ ਗੱਲ ਮਤਲਬ ਪੇਕੇ ਆਉਣ ਨਾਲ ਕੁੜੀਆਂ ਦੇ ਨਾਲ ਜੋੜੀ ਜਾਂਦੀ ਆ। ਕੀ ਤੀਆਂ ਸਿਰਫ ਮਤਲਬ ਪੇਕੇ ਆ ਕਿ ਕੁੜੀਆਂ ਮਨਾਉਂਦੀਆਂ ਨੇ? ਹਾਂ, ਦੇਖੋ ਇਹਦਾ ਕਾਰਨ ਦੱਸ ਦਿੰਦੀ ਹਾਂ ਕਿ ਪੇਕੇ ਆ ਕੇ ਕਿਉਂ ਮਨਾਉਂਦੀਆਂ ਸੀ। ਹਰ ਥਾਂ ਤੇ ਨਹੀਂ ਵੀ ਸਹੁਰੇ ਵੀ ਮਨਾਈਆਂ ਜਾ ਸਕਦੀਆਂ ਤੀਆਂ। ਅਸਲ ਦੇ ਵਿੱਚ ਨਾ ਤੁਸੀਂ ਉਸ ਵੇਲੇ ਦੇ ਪੰਜਾਬ ਬਾਰੇ ਥੋੜ੍ਹਾ ਜਿਹਾ ਸ਼ਾਇਦ ਘੱਟ ਜਾਣਦੇ ਹੋ। ਉਸ ਵੇਲੇ ਸਾਡੀ ਜਿਹੜੀ ਖੇਤੀ ਇਸ ਤਰ੍ਹਾਂ ਦੀ ਸੀ ਕਿ ਸਾਉਣ ਦੇ ਮਹੀਨੇ ਦੇ ਵਿੱਚ ਸਾਡੇ ਥਾਂ ਦੀ ਬੜੀ ਘਾਟ ਹੁੰਦੀ ਹੈ ਖੇਤੀ ਸਮਾਜਾਂ ਦੇ ਵਿੱਚ। ਉਹੀ ਕੱਚੇ ਕੋਠੇ ਹੁੰਦੇ ਸੀ, ਉੱਥੇ ਹੀ ਤੂੜੀ ਪਾਈ ਹੁੰਦੀ ਸੀ, ਉੱਥੇ ਹੀ ਮਾਲ ਡੰਗਰ ਹੁੰਦਾ ਸੀ, ਉੱਥੇ ਹੀ ਸੱਜ ਵਿਆਹਿਆਂ ਨੇ ਸੌਣਾ, ਉੱਥੇ ਹੀ ਮਾਂ ਪਿਓ ਨੇ ਸੌਣਾ। ਇੱਥੋਂ ਤੱਕ ਕਿ ਜਿਹੜੇ ਮਾਂ ਪਿਓ ਵੀ ਸੀ ਹੁੰਦੇ ਨੇ, ਉਹਨਾਂ ਦਾ ਜਦੋਂ ਵੱਡੇ ਮੁੰਡੇ ਵਿਆਹ ਲਏ ਜਾਂਦੇ ਸੀ, ਹਾਲਾਂਕਿ ਉਹਨਾਂ ਦੇ ਮਾਂ ਪਿਓ ਵੀ ਕੋਈ ਵੱਡੀ ਉਮਰ ਦੇ ਨਹੀਂ ਹੁੰਦੇ ਸੀ, ਉਹਨਾਂ ਦੇ ਆਪਦੇ ਵੀ ਬੱਚੇ ਹਜੇ ਪੈਦਾ ਹੋ ਰਹੇ ਹੁੰਦੇ ਸੀ। ਕਈ ਹਾਲਤਾਂ ਦੇ ਵਿੱਚ ਤਾਂ ਜਿਹੜੇ ਚਾਚੇ ਦੀ ਉਮਰ ਛੋਟੀ ਹੁੰਦੀ ਹੈ ਤੇ ਭਤੀਜਿਆਂ ਦੀ ਉਮਰ ਛੋਟੀ ਹੁੰਦੀ ਹੈ। ਸੋ ਇੱਕ ਤਾਂ ਸੌਣ ਦੀ ਨਾ ਥਾਂ ਦੀ ਘਾਟ ਵੀ ਸੀ, ਇਹਦੇ ਪਿੱਛੇ ਕਾਰਨ ਇਹ ਸੀ। ਉੱਧਰ ਤਾਂ ਮੀਂਹ ਆਉਂਦਾ ਤੇ ਰਾਤ ਨੂੰ ਕਿੱਥੇ ਸੌਣ, ਨਹੀਂ ਤਾਂ ਬਾਹਰ ਸੌਂਦੇ ਸੀ ਲੋਕੀ, ਕੋਈ ਕੰਧੋਲੀਆਂ ਓਲੇ ਮੰਜਾ ਲੈ ਗਿਆ, ਕੋਈ ਕਿਤੇ ਸੌਂ ਗਿਆ। ਜਦੋਂ ਮੀਂਹ ਆ ਜਾਂਦਾ ਉਸ ਸਮੇਂ ਫਿਰ ਕਿੱਥੇ ਸੌਣ। ਸੋ ਇਹਦਾ ਮੇਰਾ ਖਿਆਲ ਆ ਸਮਾਜ ਨੇ ਇੱਕ ਇਹੋ ਜਿਹਾ ਹੱਲ ਜਿਹਾ ਕੱਢਿਆ ਕਿ ਜਿਹੜੀਆਂ ਧੀਆਂ ਨੇ ਉਹ ਪੇਕੀ ਲੈ ਆਓ, ਨੂੰਹਾਂ ਆਪਦੇ ਪੇਕੀ ਚਲੀਆਂ ਜਾਣਗੀਆਂ, ਸਾਂਝੇ ਇੱਕ ਕਮਰੇ ਦੇ ਵਿੱਚ ਇਹੋ ਜਿਹੀ ਵਿਪਤਾਵਾਂ ਸੌਂ ਜਾਂਦੇ ਆ। ਤੁਸੀਂ ਬੋਲੀ ਨਹੀਂ ਸੁਣੀ ਤੀਆਂ ਦੇ ਵਿੱਚ, ਤੇਰਾ ਤਾਂ ਕੰਮ ਹੈ ਗਿੱਧੇ ਦੇ ਕਿ ਸਾਉਣ ਦੇ ਮਹੀਨੇ ਮੰਜੇ ਡਾਈਏ ਨਾਲੇ ਜੋੜ ਕੇ, ਚੱਲਣਗੇ ਪਰਨਾਲੇ ਪਾਣੀ ਲੈ ਜੁਆਵੇ ਰੋੜ ਕੇ। ਇਹ ਸੀ ਇਹਦਾ ਕਾਰਨ। ਤੇ ਦੂਸਰੀ ਗੱਲ ਇਹ ਵੀ ਸੀ ਕਿ ਇਸ ਮਹੀਨੇ ਪ੍ਰੈਗਨੈਂਟ ਹੋਈ ਔਰਤ ਹੈ ਜਿਹੜੀ,
ਠੀਕ ਹੈ। ਕਿਹੜੇ ਮਹੀਨੇ ਜਾ ਕੇ ਬੱਚਾ ਪੈਦਾ ਕਰੇਗੀ? ਜੇਠ ਹਾੜ ਦੇ ਵਿੱਚ ਤੁਸੀਂ ਦੇਖੋ, ਜਦੋਂ ਵਾਢੀਆਂ ਦਾ ਜੋੜ ਹੁੰਦਾ ਸੀ ਬਹੁਤ ਹੀ ਜ਼ੋਰ ਹੁੰਦਾ ਸੀ। ਅੱਜ ਕੱਲ੍ਹ ਤਾਂ ਬਹੁਤ ਛੇਤੀ ਖੇਤੀ ਦਾ ਕੰਮ ਨਿਬੜਨ ਲੱਗ ਗਿਆ, ਤੇ ਉਸ ਵੇਲੇ ਇੰਨਾ ਜ਼ਿਆਦਾ ਕੰਮ ਦਾ ਜ਼ੋਰ ਹੁੰਦਾ ਸੀਗਾ। ਤੇ ਹਾਂ, ਤੇ ਫਿਰ ਕਿਵੇਂ ਤੁਸੀਂ ਜੱਚਾ ਔਰਤ ਨੂੰ ਸੰਭਾਲੋਗੇ? ਇਹ ਵੀ ਕੁਝ ਕਾਰਨ ਸੀਗੇ ਪੇਕੇ ਲਿਆਉਣ ਦੇ। ਠੀਕ ਹੈ ਹਾਂ। ਇੱਕ ਮੰਮੀ ਜਿਵੇਂ ਧੀਆਂ ਸ਼ਬਦ ਹੈ, ਇਹਨੂੰ ਮਤਲਬ ਮੈਂ ਤਾਂ ਸ਼ਹਿਰ ਵਿੱਚ ਹੋਣ ਕਾਰਨ ਮੈਨੂੰ ਇਹਦਾ ਵਰਡ ਦਾ ਰੂਟ ਨਹੀਂ ਪਤਾ। ਮੈਂ ਆਪਣੇ ਮਨ 'ਚ ਸੋਚਦੀ ਹਾਂ ਕਿ ਧੀਆਂ ਤੋਂ ਬਣਿਆ ਹੈ, ਕਿਸ ਚੀਜ਼ ਤੋਂ ਬਣਿਆ ਹੈ? ਕਿ ਤੁਹਾਨੂੰ ਇਸ ਬਾਰੇ ਦੇਖੋ, ਇਹਦੇ ਅੱਡ ਅੱਡ ਉਹ ਪ੍ਰਚਲਿਤ ਹੈ। ਇਹਨੂੰ ਤੀਆਂ ਵੀ ਕਹਿ ਦਿੰਦੇ ਨੇ, ਠੀਕ ਹੈ। ਇਹ ਤੀਜ ਤੋਂ ਵੀ ਮਤਲਬ ਅਸੀਂ ਤੀਆ ਵੀ ਕਹਿ ਦਿੰਦੇ ਆ, ਤਰੀਆ ਵੀ ਕਹਿੰਦੇ ਆ ਇਹਨੂੰ। ਅੱਡ ਅੱਡ ਖਿੱਤਿਆਂ ਦੇ ਵਿੱਚ ਸਾਵੇਂ ਵੀ ਕਿਹਾ ਜਾਂਦਾ ਹੈ। ਹੁਣ ਸਾਵੇਂ ਦਾ ਅਰਥ ਸਿੱਧਾ ਹੀ ਹਰਿਆਲੀ ਨਾਲ ਆ ਗਿਆ, ਹਰੇ ਰੰਗ ਸਾਵੇ, ਠੀਕ ਹੈ। ਸੋ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੀ ਹਾਂ ਕਿ ਧਰਤੀ ਦੀ ਹਰਿਆਲੀ ਦੇ ਨਾਲ ਜੁੜਿਆ ਹੋਇਆ, ਔਰਤ ਦੀ ਕੁੱਖ ਦੇ ਨਾਲ ਜੁੜਿਆ ਹੋਇਆ ਹੈਗਾ। ਵੀ ਆਪਾਂ ਕਹਿ ਲਈਏ ਕਿ ਇਸ ਮੌਸਮ ਦੇ ਵਿੱਚ ਤੁਹਾਨੂੰ ਪਤਾ ਹੀ ਆ, ਸਾਉਣ ਮਹੀਨੇ ਦੇ ਵਿੱਚ ਮਨੁੱਖੀ ਮਨ ਦੇ ਉੱਤੇ ਕਿੰਨਾ ਖੇੜਾ ਹੁੰਦਾ ਹੈ, ਠੀਕ ਹੈ। ਤੁਸੀਂ ਤੀਆਂ ਦੇ ਵਿੱਚ ਜਾ ਕੇ ਕਦੇ ਦੇਖਿਆ ਨਹੀਂ, ਹੁਣ ਤਾਂ ਖੈਰ ਮੇਲੇ ਹੁੰਦੇ ਆ, ਉੱਥੇ ਜਾ ਕੇ ਕੁੜੀਆਂ ਪੀਂਘ ਚੜਾਉਂਦੀਆਂ ਨੇ, ਪੂਰੀ ਜ਼ੋਰ ਅਜਮਾਈ ਕਰਦੀਆਂ ਨੇ, ਸਜਦੀਆਂ ਸੰਵਰਦੀਆਂ ਨੇ। ਅੱਜ ਹੁਣ ਤੁਸੀਂ ਦੇਖੋ, ਮੀਂਹ ਪੈ ਕੇ ਚੁੱਕਿਆ ਸੀਗਾ, ਕੱਲ ਪਿਆ, ਅੱਜ ਵੀ ਪੈ ਕੇ ਚੁੱਕਿਆ। ਤੁਸੀਂ ਰੰਗ ਬਰੰਗੀਆਂ ਚੁੰਨੀਆਂ ਮਤਲਬ ਲੈ ਕੇ ਆਈਆਂ, ਤੁਸੀਂ ਮੈਨੂੰ ਵੀ ਕਿਹਾ ਵੀ ਮੈਡਮ ਫੁਲਕਾਰੀ ਲੈ ਕੇ ਬੈਠੋ ਹੈ। ਸੋ ਇਹਦਾ ਮਤਲਬ ਮਨਾਂ ਦੇ ਵਿੱਚ ਸਾਉਣ ਮਹੀਨੇ ਦੇ ਵਿੱਚ ਖੇੜਾ ਹੁੰਦਾ ਹੈ। ਤੇ ਇਸ ਆਪਾਂ ਕਹਿ ਲਈਏ ਕਿ ਪ੍ਰਜਨਨ ਸ਼ਕਤੀ ਦਾ ਸਿੱਧਾ ਸੰਬੰਧ ਕਿਹਦੇ ਨਾਲ ਜੁੜਿਆ ਹੋਇਆ ਹੈਗਾ, ਠੀਕ ਹੈ। ਇੱਕ ਕਾਮਕ ਸ਼ਕਤੀ ਦੇ ਨਾਲ ਵੀ ਜੁੜਿਆ ਹੋਇਆ ਹੈਗਾ। ਸੋ ਇਹਨਾਂ ਦਿਨਾਂ ਦੇ ਵਿੱਚ ਫਿਰ ਜਦੋਂ ਤੀਆਂ ਦੇ ਵਿੱਚ ਕੁੜੀਆਂ ਇਕੱਠੀਆਂ ਹੁੰਦੀਆਂ ਨੇ, ਉੱਥੇ ਪੀਂਘਾਂ ਚੜਾਉਂਦੀਆਂ ਨੇ। ਪੀਂਘਾਂ ਦਾ ਤੁਹਾਨੂੰ ਪਤਾ ਹੀ ਆ ਕਿ ਕਿੰਨੀ ਜ਼ੋਰ ਅਜਮਾਈ ਦੇ ਨਾਲ ਉਹ ਸੱਸ ਦਾ ਚੂੰਡਾ ਵੱਟ ਕੇ ਲਿਆਉਂਦੀਆਂ ਨੇ ਗੀਆਂ, ਠੀਕ ਹੈ। ਜੇ ਤੂੰ ਹੀਂਗ ਚੜਾਉਂਦੀਆਂ ਨੇ। ਹਾਂ, ਹੀਂਗ ਤੇ ਪੀਂਘ ਦੇ ਵਿੱਚ ਕੋਈ ਫਰਕ ਹੈਗਾ? ਦੇਖੋ, ਇਹਨਾਂ ਦੇ ਵਿੱਚ ਕੋਈ ਫਰਕ ਨਹੀਂ। ਆਮ ਕਰਕੇ ਪੀਂਘ ਤਾਂ ਜਿਹੜੀ ਰੱਸੇ ਨਾਲ ਪਾਈ ਜਾਂਦੀ ਹੈਗੀ, ਉਹਨੂੰ ਪੀਂਘ ਕਹਿੰਦੇ ਨੇਗੇ। ਝੂਲੇ ਨੂੰ ਵੀ ਪੀਂਘ ਕਹਿ ਦਿੰਦੇ ਨੇ। ਜਦੋਂ ਰੱਸਾ ਬੁਲਾ ਕੇ ਅਸੀਂ ਦਰਖਤ ਦੇ ਉੱਤੇ ਪਾਉਂਦੇ ਆ ਤਾਂ ਉਹਨੂੰ ਪੀਂਘ ਕਹਿ ਦਿੰਦੇ ਆ। ਪਰ ਉੱਤੇ ਚੜ੍ਹ ਕੇ ਜਦੋਂ ਅਸੀਂ ਝੂਟੇ ਲੈਂਦੇ ਆ, ਪੂਰੇ ਹੁਲਾਰਾ ਲੈਂਦੇ ਆ, ਹੁਲਾਰੇ ਨੂੰ ਹੀਂਗ ਕਿਹਾ ਜਾਂਦਾ ਹੈਗਾ, ਠੀਕ ਹੈ। ਪਰ ਹੁਣ ਉਹ ਹੀਂਗ ਨੂੰ ਵੀ ਪੀਂਘ ਹੀ ਕਹਿਣ ਲੱਗ ਗਏ। ਪੀਂਘ ਅਸਲ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਇਹਦੇ ਦੂਹਰੇ ਅਰਥ ਸਿਰਜਦੇ ਆ। ਇਸ ਦੇ ਨਾਲ ਤੁਸੀਂ ਦੇਖਿਆ ਹੁਣ, ਉਹਦੇ ਵਿੱਚ ਜੋਟਾ ਪੀਂਘ ਚੜਾਉਂਦਾ ਹੈਗਾ। ਹੁਣ ਨਹੀਂ ਇੱਕ ਕੁੜੀ ਵੀ ਪੀਂਘ ਚੜਾ ਸਕਦੀ ਹੈ। ਉਹ ਕਿਸ ਚੀਜ਼ ਨੂੰ ਚਿੰਨ੍ਹੀਕ੍ਰਿਤ ਕਰਦੀ ਹੈ? ਔਰਤ ਮਰਦ ਦਾ ਜੋਟਾ, ਠੀਕ ਹੈ। ਦੋਨਾਂ ਦੀ ਜਿਹੜੀ ਫਿਜ਼ੀਕਲ ਅਜਮਾਇਸ਼ ਹੈ ਇੱਕ ਕਿਸਮ ਦੀ, ਉਹ ਜਿੰਨੇ ਜ਼ੋਰ ਦੇ ਨਾਲ ਪੀਂਘਾਂ ਚੜਾਉਂਦੀਆਂ ਨੇ। ਜੇ ਇੱਕ ਕੁੜੀ ਜਿੰਨੀ ਜ਼ੋਰ ਨਾਲ ਹੁਚਕਾ ਮਾਰ ਕੇ ਪੀਂਘ ਚੜਾਉਂਦੀ ਹੈ, ਅਸਲ ਦੇ ਵਿੱਚ ਤਾਂ ਉਹ ਆਪਣੇ ਸਰੀਰਕ ਸਮਰੱਥਾ ਦਾ ਮੁਜ਼ਾਹਰਾ ਕਰ ਰਹੀ ਹੈ, ਠੀਕ ਹੈ। ਤੇ ਉਹ ਸੱਸ ਦਾ ਜਦੋਂ ਚੂੰਡਾ ਪੱਟਣ ਦਾ ਕੀ, ਸਭ ਤੋਂ ਬੁਰੀਆਂ ਆਮ ਕਰਕੇ ਉਦੋਂ ਔਰਤਾਂ ਨੂੰ ਸੱਸਾਂ ਹੀ ਲੱਗਦੀਆਂ ਹੁੰਦੀਆਂ ਨੇਗੀਆਂ, ਠੀਕ ਹੈ। ਉੱਥੇ ਪਤੀ ਨਹੀਂ ਬੁਰਾ ਲੱਗਦਾ, ਹੋਰ ਰਿਸ਼ਤੇ ਨਹੀਂ ਬੁਰੇ ਲੱਗਦੇ। ਉਹਨਾਂ ਨੂੰ ਲੱਗਦਾ ਵੀ ਇਹ ਹਰ ਚੀਜ਼ 'ਚ ਦਖਲ ਅੰਦਾਜ਼ੀ ਕਰਦੀ ਆ। ਉਹ ਮਨ ਦਾ ਗੁੱਸਾ ਕਿੱਥੇ ਕੱਢਣ? ਮਨ ਦਾ ਗੁੱਸਾ ਤੀਆਂ 'ਚ ਆ ਕੇ ਕੱਢ ਸਕਦੀਆਂ, ਉਹ ਸਾਹਮਣੇ ਤਾਂ ਉਹ ਕੱਢ ਨਹੀਂ ਸਕਦੀਆਂ ਸੀ। ਸੋ ਦਰਖਤ ਦੀ ਟਾਹਣੀ ਨੂੰ ਪੁੱਟਦੀਆਂ ਸੀ ਤੇ ਉਹਨੂੰ ਚੂੰਡਾ ਪੱਟਣਾ ਕਹਿੰਦੇ ਸੀ। ਪਰ ਤੁਸੀਂ ਨਹੀਂ ਪੱਟਣੇ। ਅਸੀਂ ਹੁਣ ਹਨਾ ਅੱਜ ਕੱਲ੍ਹ ਤੀਆਂ ਨਹੀਂ ਲੱਗਦੀਆਂ, ਅਸੀਂ ਤੀਆਂ ਬਹੁਤੀਆਂ ਲੱਗਦੀਆਂ। ਬਚਪਨ 'ਚ ਜ਼ਰੂਰ ਦੇਖੀਆਂ ਨੇ ਮਾਸੀਆਂ ਨਾਲ ਜਾਂ ਮਤਲਬ ਭਾਬੀਆਂ ਨਾਲ ਜਾ ਕੇ ਮਾੜਾ ਮੋਟਾ ਪਤਾ। ਸਾਨੂੰ ਬਿਲਕੁਲ ਨਹੀਂ ਪਤਾ, ਅਸੀਂ ਤਾਂ ਸਿਰਫ ਮੇਲੇ ਦੇਖਣੇ। ਜਿਹੜੀਆਂ ਅੱਜ ਕੱਲ੍ਹ ਕਿੱਟੀ ਪਾਰਟੀ ਲੋਕ ਫੋਟੋਆਂ ਕਰਾਉਂਦੇ ਆ, ਮਹਿੰਦੀਆਂ ਲਾ ਕੇ ਬਸ ਕੱਲਾ ਤਿਆਰ ਹੋ ਕੇ ਦੇਖੋ। ਮਤਲਬ ਅਸੀਂ ਸ਼ਹਿਰੀ ਤੀਜ ਦੇਖਿਆ, ਅਸੀਂ ਜੋ ਜਿਵੇਂ ਦੀਆਂ ਤੀਆਂ ਤੁਸੀਂ ਦੇਖੀਆਂ ਨੇ, ਅਸੀਂ ਨਹੀਂ ਦੇਖੀਆਂ। ਤੁਸੀਂ ਪਿੰਡ ਦੇ ਵਿੱਚ ਆਪਦੇ ਬਚਪਨ 'ਚ ਜਾਂ ਤੁਸੀਂ ਤਾਂ ਜਵਾਨੀ 'ਚ ਵੀ ਦੇਖੀਆਂ ਹੋਈਆਂ। ਤੁਸੀਂ ਉਹ ਮਤਲਬ ਪਿੰਡ ਕਿਵੇਂ ਜੁੜਦਾ ਸੀ ਹਨਾ, ਉੱਥੇ ਉਹ ਚੀਜ਼ਾਂ ਦੇਖੀਆਂ ਹੋਈਆਂ। ਉਹਨਾਂ ਨੂੰ ਥੋੜਾ ਦੱਸੋ ਤਾਂ ਕਿ ਥੋੜਾ। ਅਸਲ ਦੇ ਵਿੱਚ ਨਾ ਜਿਵੇਂ ਜਿਵੇਂ ਸਮਾਜ ਦੀਆਂ ਬਾਕੀ ਚੀਜ਼ਾਂ ਬਦਲ ਜਾਂਦੀਆਂ ਨੇ, ਜੇ ਉੱਥੋਂ ਦੇ ਸੰਦ ਬਦਲ ਜਾਂਦੇ ਆ, ਪੈਦਾਵਾਰੀ ਸੰਦ ਬਦਲ ਜਾਂਦੇ, ਸਾਡੀ ਖੇਤੀ ਦੇ ਸੰਦ ਬਦਲ ਗਏ, ਸਾਰਾ ਕੁਛ ਬਦਲ ਗਿਆ। ਸਾਡਾ ਸਾਰਾ ਕੁਛ ਜਿਵੇਂ ਗਤੀਸ਼ੀਲ ਹੋ ਗਿਆ, ਸਾਡੀਆਂ ਇਹ ਚੀਜ਼ਾਂ ਵੀ ਉਵੇਂ ਗਤੀਸ਼ੀਲ ਹੋ ਗਈਆਂ। ਤੀਆਂ ਵੀ ਸੁੰਗੜ ਗਈਆਂ। ਪਹਿਲਾਂ ਬੜੇ ਆਰਾਮ ਤਲਬੀ ਦੇ ਨਾਲ ਪੇਕਿਓਂ ਲਿਆਂਦਾ, ਆਰਾਮ ਨਾਲ ਘਰਾਂ 'ਚ ਮਨਾਇਆ, ਖੀਰ ਪੂੜੇ ਖਾਧੇ, ਦਿਨੇ ਦੁਪਹਿਰੇ ਤਰਿੰਜਣ 'ਚ ਬੈਠੀਆਂ, ਰਾਤ ਨੂੰ ਸ਼ਾਮ ਨੂੰ ਜਾ ਕੇ। ਤੀਆਂ ਹਮੇਸ਼ਾ ਸ਼ਾਮ ਨੂੰ ਲੱਗਦੀਆਂ। ਮੈਂ ਤੁਹਾਨੂੰ ਦੱਸਣਾ ਭੁੱਲ ਗਈ ਕਿ ਉਹਨਾਂ ਦਾ ਇੱਕ ਬਕਾਇਦਾ ਟਾਈਮ ਹੁੰਦਾ ਹੈ ਕਿ 4 ਜਾਂ 4:30 ਤੋਂ ਤਕਰੀਬਨ ਬਾਅਦ ਹੀ ਉਹ ਇਕੱਠੀਆਂ ਹੁੰਦੀਆਂ ਨੇ, ਤੇ ਫਿਰ ਹਨੇਰੇ ਹੋਏ ਘਰ ਮੁੜਦੀਆਂ ਨੇ ਕੁੜੀਆਂ ਤੀਆਂ ਲਾਉਣ ਲੱਗੀਆਂ। ਹੁਣ ਨੇ ਤਾਂ ਆਪਾਂ
ਨਾ ਕਹੀਏ ਸੀ ਕਹਿ ਲਈਏ, ਕਿਉਂਕਿ ਹੁਣ ਤਾਂ ਪਿੱਪਲਾਂ ਥੱਲੇ ਵੀ ਬਹੁਤ ਥੋੜੀਆਂ ਔਰਤਾਂ ਰਹਿ ਜਾਂਦੀਆਂ ਨੇ ਜੇ ਆਪਾਂ ਕਹੀਏ, ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਕਿਸੇ ਦੇ ਕੋਲੇ। ਇੱਕ ਤੁਸੀਂ ਮੈਨੂੰ ਜਿਹੜੀ ਹੋਰ ਸਵਾਲ ਪੁੱਛਿਆ ਸੀ ਇਹਦੇ ਵਿੱਚ ਹੀ ਕਿ ਤੀਆਂ, ਉਹ ਮੈਂ ਤੁਹਾਡਾ ਪਿੱਛੇ ਜਵਾਬ ਦੇਣਾ ਭੁੱਲ ਗਈ ਕਿ ਇਹ ਇੰਨੇ ਦਿਨ ਕਿਉਂ ਲੱਗਦੇ ਨੇ, ਠੀਕ ਹੈ। ਹਾਂ, ਮੈਂ ਪਹਿਲਾਂ ਉਸ ਗੱਲ ਦਾ ਜਵਾਬ ਦੇ ਦਾਂ, ਮੇਰੇ ਮਨ 'ਚ ਆ ਗਈ। ਅਸਲ ਦੇ ਵਿੱਚ ਨਾ ਜਿਵੇਂ ਜਿਵੇਂ ਚੰਦਰਮਾ ਵੱਧਦਾ, ਹੁਣ ਚੰਦ ਕੀ ਹੈ, ਚੰਦ ਸਾਡੇ ਸੁਪਨਿਆਂ 'ਚ ਆਉਂਦਾ, ਚੰਦ ਸਾਡਾ ਮਾਹੀ ਵੀ ਹੈ, ਚੰਦ ਸਾਡਾ ਵੀਰ ਵੀ ਹੈ, ਪਰ ਤੀਆਂ ਦੇ ਵਿੱਚ ਇੱਥੇ ਸਾਡਾ ਚੰਦ ਮਾਹੀ ਹੈ, ਠੀਕ ਹੈ। ਇਹ ਚੰਦ ਕਿਹਨੂੰ ਚਿੰਨ੍ਹੀਕ੍ਰਿਤ ਕਰਦਾ ਹੈ? ਇੱਕ ਮਰਦ ਨੂੰ ਚਿੰਨ੍ਹੀਕ੍ਰਿਤ ਕਰਦਾ ਹੈ, ਉਸ ਦੀ ਖੂਬਸੂਰਤੀ ਨੂੰ ਚਿੰਨ੍ਹੀਕ੍ਰਿਤ ਕਰਦਾ ਹੈਗਾ, ਠੀਕ ਹੈ। ਤੇ ਤੀਜ ਨੂੰ, ਤੀਜ ਦਾ ਚੰਨ ਦੇਖਦੇ ਹਾਂ ਆਪਾਂ, ਦੇਖਦੇ ਹਾਂ ਨਾ, ਭਾਈ ਦੂਜ ਹੁੰਦੀ ਹੈ, ਪਰ ਇਹ ਚੰਨ ਤੀਜ ਦਾ ਹੈ। ਤੀਜ ਦੀ ਮਤਲਬ ਜੰਨ ਤੋਂ ਸ਼ੁਰੂ ਹੋ ਕੇ ਮਨੁੱਖ ਹੈ ਪਹਿਲਾਂ ਪੈਦਾ ਹੁੰਦਾ ਹੈਗਾ, ਫਿਰ ਉਹਦੇ ਜਸ਼ਨ ਮਨਾਏ ਜਾਂਦੇ ਆ, ਆਪਾਂ ਤੀਆਂ 'ਚ ਚੂੜੀਆਂ ਚੜਾਈਆਂ, ਮਹਿੰਦੀ ਲਾਈ, ਉਸ ਤੋਂ ਬਾਅਦ ਉਹ ਹੌਲੀ ਹੌਲੀ ਜਵਾਨੀ ਵੱਲ ਨੂੰ ਪੈਰ ਧਰਦਾ ਹੈ। ਮਨੁੱਖ ਇਸੇ ਤਰ੍ਹਾਂ ਹੀ ਵੱਡਾ ਹੁੰਦਾ, ਠੀਕ ਹੈ। ਫਿਰ ਉਹਦੀ ਜਵਾਨੀ ਦੀ ਉਮਰ ਕਦੋਂ ਹੁੰਦੀ ਹੈ? 14ਵੀਂ ਦਾ ਚੰਦ ਮਨੁੱਖ ਦੇ ਜਵਾਨੀ ਦੀ ਉਮਰ ਦੇ ਵਿੱਚ ਖੂਬਸੂਰਤੀ ਨੂੰ ਚਿੰਨ੍ਹੀਕ੍ਰਿਤ ਕਰਦਾ, ਠੀਕ ਹੈ। ਤੇ 14ਵਾਂ ਸਾਲ, 16ਵਾਂ ਸਾਲ ਸਾਡੀ ਉਮਰ ਦੇ ਵਿੱਚ ਬਹੁਤ, ਇਹ ਆਪਾਂ ਕਹਿ ਲਈਏ ਕਿ ਮਾਣੇ ਰੱਖਦਾ ਹੁੰਦਾ ਹੈਗਾ। ਸੋ ਇਹ ਜਿਹੜਾ ਸਾਡਾ ਤਿਉਹਾਰ ਹੈ ਸਿੱਧਾ ਸਾਡੀ ਜਵਾਨੀ ਨਾਲ ਸੰਬੰਧਿਤ ਹੈ। ਧਰਤੀ ਜਦੋਂ ਕਿਉਂਕਿ ਹਰੀ ਭਰੀ ਹੋ ਰਹੀ ਹੁੰਦੀ ਹੈ, ਉਸ ਦੀ ਜਵਾਨੀ ਨਾਲ ਭਰਪੂਰ ਹੈਗਾ, ਮਨੁੱਖੀ ਖੇੜਿਆਂ ਦਾ ਤਿਉਹਾਰ ਹੈਗਾ। ਤੇ ਪੂਰਨਮਾਸ਼ੀ ਤੋਂ ਪਹਿਲਾਂ ਹਰ ਹਾਲਤ ਗਿੱਧੇ ਦੀ ਬੱਲੋਂ ਪਾ ਦਿੱਤੀ ਜਾਂਦੀ ਹੈ, ਬੱਲੋਂ ਆਖਰੀ ਦਿਨ ਪੈਂਦੀ ਹੈ। ਉਹ ਪੂਰਨਮਾਸ਼ੀ ਵਾਲੇ ਦਿਨ ਵੀ ਪਾਈ ਜਾ ਸਕਦੀ ਹੈ, 14 ਨੂੰ ਵੀ ਪਾਈ ਜਾ ਸਕਦੀ ਹੈ, ਪਰ ਕਿਸੇ ਵੀ ਹਾਲਤ ਦੇ ਵਿੱਚ ਚੰਦ ਦੇ ਗੋਡੀ ਮਾਰਨ ਤੋਂ ਬਾਅਦ ਉਹਦੇ ਹਨੇਰੇ ਪੱਖ ਵੱਲ ਕਦੇ ਵੀ ਬੱਲੋਂ ਨਹੀਂ ਪਾਈ ਜਾਂਦੀ। ਤੁਸੀਂ ਬੋਲੀ ਸੁਣੀ ਹੋਣੀ ਹੈ ਕਿ ਚੰਦ ਕੁੜੀਆਂ ਦਾ ਵੈਰੀ ਗੋਡੀ ਮਾਰ ਗਿਆ। ਹੁਣ ਗੋਡੀ ਮਾਰਨਾ ਚੰਦ ਦੇ ਦਾ ਕੀ ਹੈ? ਇੱਕਦਮ ਭਰਪੂਰ ਜਵਾਨੀ ਤੋਂ ਬਾਅਦ ਕੀ ਆਉਂਦੀ? ਫਿਰ ਤਾਂ ਬੁਢਾਪਾ ਆਉਂਦਾ, ਅਧਖੜ ਉਮਰ ਆਉਂਦੀ ਹੈ, ਮਰ ਜਾਂਦਾ ਚੰਨ ਸਾਡਾ, ਇੱਕਦਮ ਹੀ ਹਨੇਰੇ ਪੱਖ 'ਚ ਘਟਣਾ ਸ਼ੁਰੂ ਹੋ ਜਾਂਦਾ ਹੈ। ਇਹਦਾ ਮਤਲਬ ਜਵਾਨੀ ਤੋਂ ਬਾਅਦ ਮਨੁੱਖ ਹੌਲੀ ਹੌਲੀ ਘਟਦਾ ਮੌਤ ਵੱਲ ਨੂੰ ਜਾਂਦਾ, ਫਿਰ ਮੱਸਿਆ ਆਉਂਦੀ ਹੈ। ਸੋ ਅਸੀਂ ਕਦੇ ਨਹੀਂ ਚਾਹੁੰਦੇ ਖੇੜਿਆਂ ਤੋਂ ਬਾਅਦ ਕਿ ਮੌਤ ਆਵੇ। ਸਾਡੇ ਜਿਹੜੇ ਤਿਉਹਾਰ ਹੈ ਇਹਨਾਂ ਨਾਲ ਜੁੜੇ ਹੋਏ ਨੇਗੇ, ਠੀਕ ਹੈ। ਜਵਾਨੀ ਦੇ ਨਾਲ ਪੂਰਨਮਾਸ਼ੀ ਤੱਕ ਮਨੁੱਖ ਜਿਵੇਂ ਜਵਾਨ ਹੁੰਦਾ ਤੇ ਮੌਤ ਤੋਂ ਉਰੇ ਹੀ ਇਹ ਜਿਹੜਾ ਤਿਉਹਾਰ ਹੈ ਅਸੀਂ ਸੈਲੀਬ੍ਰੇਟ ਕਰਦੇ ਹਾਂ। ਵੈਸੇ ਤਾਂ ਤੀਆਂ ਦੇ ਮਤਲਬ ਆਪਾਂ ਤੀਆਂ ਦੇ ਤਿਉਹਾਰ ਮੰਨਦੇ ਹਾਂ। ਹੁਣ ਅੱਜ ਕੱਲ੍ਹ ਤਾਂ ਤੀਆਂ ਦੇ ਤਿਉਹਾਰ ਮੇਲਿਆਂ 'ਚ ਬਦਲ ਗਿਆ, ਇਹਦੇ ਵਿੱਚ ਮਤਲਬ ਮੇਲਿਆਂ 'ਚ ਤਬਦੀਲੀ ਦਾ ਇਹਦੇ ਵਿੱਚ ਕੋਈ ਫਰਕ, ਇਸ ਬਾਰੇ ਦੱਸੋ। ਅਸਲ 'ਚ ਬਲਜਿੰਦਰ, ਮੇਲੇ ਤੇ ਤਿਉਹਾਰ 'ਚ ਤਾਂ ਵੈਸੇ ਤਾਂ ਫਰਕ ਹੁੰਦਾ ਹੈ। ਜਿਹੜਾ ਤਿਉਹਾਰ ਹੁੰਦਾ ਇਹ ਘਰਾਂ ਦੇ ਵਿੱਚ ਵਿਅਕਤੀਗਤ ਪੱਧਰ 'ਤੇ ਮਨਾਏ ਜਾਂਦੇ ਆ, ਜਿਹੜੇ ਮੇਲੇ ਹੁੰਦੇ ਆ ਇਹ ਘਰਾਂ ਤੋਂ ਬਾਹਰ ਤੇ ਸਮੂਹਕ ਹੁੰਦੇ ਆ। ਪਰ ਜਿਹੜਾ ਤੀਆਂ ਦਾ ਤਿਉਹਾਰ ਹੈ ਨਾ, ਇਹ ਇੱਕ ਸਮੂਹਿਕ ਤਿਉਹਾਰ ਹੈ। ਜਿਵੇਂ ਸਾਡੀ ਦੀਵਾਲੀ ਸਮੂਹਿਕ ਤਿਉਹਾਰ ਹੈ, ਪਰ ਲੋਕੀ ਇਕੱਲੇ ਇਕੱਲੇ ਆਪਣੇ ਘਰਾਂ 'ਚ ਮਨਾਉਂਦੇ ਨੇ। ਤੀਆਂ ਵੀ ਘਰਾਂ 'ਚ ਵੀ ਮਨਾਈਆਂ ਜਾਂਦੀਆਂ ਨੇਗੀਆਂ। ਸਾਰਾ ਦਿਨ ਤਾਂ ਘਰਾਂ 'ਚ ਜਸ਼ਨ ਰਹਿੰਦੇ ਨੇ, ਖੀਰਾਂ ਬਣਦੀਆਂ ਨੇ, ਪੂੜੇ ਪੱਕਦੇ ਆ, ਗੁਲਗੁਲੇ ਪੱਕਦੇ ਆ, ਜਸ਼ਨ ਵਰਗਾ ਮਾਹੌਲ ਰਹਿੰਦਾ। ਤੇ ਸ਼ਾਮ ਨੂੰ ਇਹ ਮੇਲੇ ਦਾ ਰੂਪ ਅਖਤਿਆਰ ਕਰ ਲੈਂਦਾ ਕਿ ਘਰਾਂ ਤੋਂ ਬਾਹਰ ਫਿਰਨੀ ਪਿੰਡ ਦੀ, ਤੇ ਕਈ ਵਾਰ ਗੁਰਦੁਆਰਾ ਸਾਹਿਬਾਂ ਦੇ ਨੇੜੇ ਵੀ ਜਿੱਥੇ ਪਿੱਪਲ, ਬੋਹੜ, ਛਾਂ ਵਾਲੇ ਦਰਖਤ ਹੋਣਗੇ ਉੱਥੇ ਫਿਰ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਨੇਗੀਆਂ, ਸਮੂਹਕ ਰੂਪ ਦੇ ਵਿੱਚ ਇਕੱਠੀਆਂ ਹੋ ਕੇ ਉਹ ਜਦੋਂ ਤੀਆਂ ਮਤਲਬ ਅਸੀਂ ਤਾਂ ਚਲੋ ਹੁਣ ਬਾਹਰ ਹੈ ਨਾ, ਪਿੰਡ ਦੇ ਵਿੱਚੋਂ ਦੇਖਿਆ ਨਹੀਂ ਇਹ, ਫਿਰ ਬਾਹਰ ਹੀ ਕਿਉਂ ਮਤਲਬ ਤੀਆਂ ਇਹ ਸਮੂਹਿਕ ਰੂਪ 'ਚ ਲੱਗਦੀਆਂ ਸੀ, ਪਰ ਐਵੇਂ ਫਿਰਨੀ ਤੇ ਪਿੱਪਲਾਂ ਥੱਲੇ ਐ, ਫਿਰ ਇਹ ਬਾਹਰਲੇ ਪਾਸੇ ਬਾਹਰ ਪਿੰਡ ਦੀ ਜੂ ਤੋਂ ਮੌਜੂਦ ਤਾਂ ਅੰਦਰ ਹੁੰਦੀਆਂ ਹੋਣਗੀਆਂ, ਪਰ ਐਵੇਂ ਪਿੰਡ ਦੇ ਘਰਾਂ ਤੋਂ ਬਾਹਰ ਲੱਗਦੀਆਂ ਸੀ ਨਾ, ਵੀ ਇੱਕ ਮਤਲਬ ਆਪਾਂ ਕਹਿੰਦੇ ਵੀ ਖੁੱਲੀ ਥਾਂ ਦੇ ਉੱਪਰ। ਇਹਦਾ ਮਤਲਬ ਕੀ ਕੰਸੈਪਟ ਸੀ? ਇਹ ਬਹੁਤ ਵਧੀਆ ਤੇਰਾ ਸਵਾਲ ਹੈ। ਅਸਲ 'ਚ ਇਹ ਸਵਾਲ ਕਾਫੀ ਉੱਠਦਾ ਹੁੰਦਾ। ਅਸਲ ਦੇ ਵਿੱਚ ਨਾ ਸਾਡਾ ਪੰਜਾਬੀ ਸਮਾਜ ਬੰਦ ਸਮਾਜ ਹੈ। ਤੁਹਾਨੂੰ ਪਤਾ ਕਿ ਔਰਤਾਂ ਨੂੰ ਇਸ ਦੇ ਵਿੱਚ ਖੁੱਲ੍ਹ ਬਿਲਕੁਲ ਨਹੀਂ ਦਿੱਤੀ ਜਾਂਦੀ। ਉਹ ਆਪਦੀਆਂ ਭਾਵਨਾਵਾਂ ਨੂੰ ਗੰਢ ਮਾਰ ਕੇ ਰੱਖਦੀ ਆ, ਉਹਦੇ ਮਨ ਦੇ ਵਿੱਚ ਕੀ ਹੈ। ਖਾਸ ਕਰਕੇ ਔਰਤ ਦੀ ਕਾਮਕਤਾ ਬਾਰੇ ਤਾਂ ਗੱਲ ਹੀ ਕਰਨੀ ਬੜਾ ਗੁਨਾਹ ਸਮਝਿਆ ਜਾਂਦਾ। ਕੋਈ ਕੁੜੀ ਇਹ ਕਹਿ ਦੇ ਵੀ ਮੇਰਾ ਵਿਆਹ ਕਰਾਉਣ ਨੂੰ ਜੀ ਕਰਦਾ, ਇਹ ਪੰਜਾਬੀ ਸਮਾਜ ਦੇ ਵਿੱਚ ਬਹੁਤ ਨਿੰਦਣੀ ਚੀਜ਼ਾਂ ਸਮਝੀਆਂ ਜਾਂਦੀਆਂ ਨੇਗੀਆਂ। ਪਰ ਜਿਹੜੇ ਇਹੋ ਜਿਹੇ ਬੰਦ ਸਮਾਜ ਹੁੰਦੇ ਆ ਨਾ, ਉਹ ਫਿਰ ਔਰਤ ਦੀਆਂ ਇਹਨਾਂ ਗੱਲਾਂ ਬਾਤਾਂ ਨੂੰ ਜਿਵੇਂ ਸਪਰੈਸ ਕੀਤਾ ਹੁੰਦਾ ਉਹਨੂੰ ਖੁੱਲ੍ਹ ਵੀ ਦਿੰਦਾ। ਖੁੱਲ੍ਹ ਕਿੱਥੇ ਦਿੰਦਾ?
ਜਦੋਂ ਕੱਲੀਆਂ ਹੁੰਦੀਆਂ ਸਾਡੇ ਸਮਾਜਿਕ ਦਾਇਰੇ ਆ। ਹੁਣ ਮਰਦ ਵੀ ਜਦੋਂ ਇਕੱਠੇ ਹੁੰਦੇ ਆ, ਮੋਟਰਾਂ ਤੇ ਇਕੱਠੇ ਹੁੰਦੇ ਆ, ਮੇਲਿਆਂ 'ਚ ਇਕੱਠੇ ਹੁੰਦੇ ਆ, ਉੱਥੇ ਤੁਹਾਨੂੰ ਪਤਾ ਕੀ ਕੁਝ ਕਰਦੇ ਨੇ, ਹੈ ਨਾ। ਔਰਤਾਂ ਆਪਣੀਆਂ ਉਹ ਭਾਵਨਾਵਾਂ ਕਿੱਥੇ ਜਿੱਥੇ ਪ੍ਰਗਟ ਕਰ ਸਕਣ, ਖੁੱਲ੍ਹ ਕੇ ਪ੍ਰਗਟ ਕਰ ਸਕਣ। ਇਹ ਇੱਕ ਉਹ ਸਪੇਸ ਹੈ ਤੀਆਂ ਜਿੱਥੇ ਔਰਤਾਂ ਜਿਹੜੇ ਆਪਦੇ ਮਨ ਦੀਆਂ ਭਾਵਨਾਵਾਂ ਉਹ ਕਿਤੇ ਵੀ ਸਾਂਝੀਆਂ ਨਹੀਂ ਕਰ ਸਕਦੀਆਂ, ਉਹ ਤੀਆਂ 'ਚ ਕਰ ਸਕਦੀਆਂ, ਕਿਉਂਕਿ ਇਕੱਲੀਆਂ ਔਰਤਾਂ ਹੁੰਦੀਆਂ ਨੇ ਉੱਥੇ। ਠੀਕ ਹੈ। ਸਭ ਤੋਂ ਵੱਡੀ ਗੱਲ ਤੁਸੀਂ ਕਹੋਗੇ ਕਿਹੜੀਆਂ? ਬਾਕੀ ਭਾਵਨਾਵਾਂ ਤਾਂ ਬੰਦਾ ਵਿਅਕਤ ਕਰ ਸਕਦਾ, ਮੈਂ ਸੱਸ ਉੱਥੋਂ ਦੁਖੀ ਹਾਂ, ਮੈਂ ਨਨਾਣ ਉੱਥੋਂ ਦੁਖੀ ਹਾਂ, ਸਹੁਰਿਆਂ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਵਿਚਾਰੀਆਂ ਨੇ। ਠੀਕ ਹੈ, ਕਿਉਂਕਿ ਪੇਕੇ ਲਿਆਂਦੀਆਂ ਜਾਂਦੀਆਂ ਨੇ। ਤੇ ਜਾਂ ਫਿਰ ਜਵਾਨ ਕੁੜੀਆਂ ਜਿਨ੍ਹਾਂ ਦੇ ਹਜੇ ਵਿਆਹ ਹੋਣੇ ਹੁੰਦੇ ਆ, ਉਹਨਾਂ ਦੇ ਮਨਾਂ ਦੇ ਵਿੱਚ ਵਿਆਹ ਦੀਆਂ ਭਾਵਨਾਵਾਂ ਹੁੰਦੀਆਂ ਕਿ ਮੁੰਡਾ ਕਿਹੋ ਜਿਹਾ ਹੋਊਗਾ ਜਿਹਦੇ ਨਾਲ ਮੈਂ ਕੱਲ੍ਹ ਨੂੰ ਜ਼ਿੰਦਗੀ ਬਿਤਾਉਣੀ ਹੈ। ਗੱਲਾਂ ਤਾਂ ਇਹੀ ਹੈ ਨਾ ਉਹਨਾਂ ਕੋਲੇ ਲੈ ਦੇ ਕੇ। ਹੁਣ ਉਹ ਗੱਲਾਂ ਕਰਨ ਕਿੱਥੇ? ਹੁਣ ਜੇ ਕਿਸੇ ਕੁੜੀ ਨੂੰ ਕੋਈ ਆਪਣੇ ਹਸਬੈਂਡ ਦੇ ਨਾਲ ਕੋਈ ਸਰੀਰਕ ਸੰਬੰਧਾਂ ਦੀ ਪ੍ਰੋਬਲਮ ਆਉਂਦੀ ਹੈ, ਉਹ ਕਿੱਥੇ ਸ਼ੇਅਰ ਕਰੇ? ਠੀਕ ਹੈ। ਇਹੋ ਜਿਹੀਆਂ ਗੱਲਾਂ ਫਿਰ ਤੀਆਂ ਦੇ ਵਿੱਚ ਇੱਕ ਦੂਜੀ ਨੂੰ ਸਾਂਝੀਆਂ ਕਰਕੇ, ਇੱਕ ਦੂਜੇ ਨੂੰ ਨਿਹੋਰਿਆਂ ਦੇ ਨਾਲ ਵੀ, ਤਾਨਿਆਂ ਦੇ ਨਾਲ ਵੀ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਕੋਈ ਨਨਾਣ ਤੋਂ ਦੁਖੀ ਹੈ, ਕੋਈ ਸੱਸ ਤੋਂ ਦੁਖੀ ਹੈ, ਕੋਈ ਸਹੁਰੇ ਤੋਂ ਦੁਖੀ ਹੈ, ਕਈ ਘਰ ਵਾਲੇ ਤੋਂ ਵੀ ਬਹੁਤ ਦੁਖੀ ਹੈ। ਕਈ ਜਿਵੇਂ ਕਜੋੜ ਵਿਆਹ ਹੋ ਜਾਂਦੇ ਸੀ, ਬੁੱਢਿਆਂ ਨਾਲ ਕੁੜੀਆਂ ਨੂੰ ਵਿਆਹ ਦਿੱਤਾ ਜਾਂਦਾ ਸੀਗਾ, ਨਿੱਕੀ ਜਿਹੀ ਕੁੜੀ ਨਾਲ ਵਿਆਹ ਕਰ ਦਿੰਦੀਆਂ ਬਦਲੇ ਖੋਰੀਆਂ ਮਾਵਾਂ। ਠੀਕ ਹੈ। ਬਹਿ ਕੇ ਪਟੜੇ ਤੇ ਬੈਣ ਬੁੜੇ ਦੇ ਪਾਵਾਂ। ਹੁਣ ਕੀ ਕਰੇ? ਇਹ ਗੱਲ ਤੀਆਂ 'ਚ ਹੀ ਆ ਸਕਦੀ ਹੈ ਨਾ। ਘਰ ਦੇ ਵਿੱਚ ਹਸਬੈਂਡ ਜਿੱਥੇ ਬੈਠਾ ਹੋਊਗਾ, ਜਿੱਥੇ ਵਿਆਹ ਹੋ ਰਿਹਾ ਹੋਊਗਾ, ਬਾਕੀ ਚਾਹੇ ਭਰਾ ਦਾ ਹੀ ਹੋ ਰਿਹਾ ਹੋਵੇ, ਉੱਥੇ ਉਹਦਾ ਘਰ ਵਾਲਾ ਵੀ ਤਾਂ ਆਇਆ ਹੋ, ਕਿਵੇਂ ਕਹੇ ਵੀ ਆ ਬਹਿ ਕੇ ਪਟੜੇ ਤੇ ਬੈਣ ਬੁੜੇ ਦੇ ਪਾਵਾਂ। ਇਹ ਗੱਲ ਤੀਆਂ ਦੇ ਵਿੱਚ ਹੀ ਆਖੀ ਜਾ ਸਕਦੀ ਹੈ। ਫਿਰ ਤਾਂ ਮੈਡਮ ਤੀਆਂ ਦੇ ਵਿੱਚ ਆਪਾਂ ਕਹਿੰਦੇ ਵੀ ਵਿਆਹ ਬਹੁਤ ਤਮਾਸ਼ੇ, ਚਲੋ ਵਿਆਹ ਦੇ ਗਿੱਧਿਆਂ 'ਚ ਵੀ ਹੁੰਦੇ ਆ ਨਾ ਹੋਰ ਥਾਂ ਦੇ, ਫਿਰ ਤੀਆਂ ਦੇ ਗਿੱਧੇ ਤਮਾਸ਼ੇ ਤਾਂ ਬਹੁਤ ਵੱਖਰੀ ਤਰ੍ਹਾਂ ਦੇ ਹੁੰਦੇ ਹੋਣਗੇ। ਇਕੱਲੇ ਤਮਾਸ਼ੇ ਨਹੀਂ, ਤੀਆਂ ਦੇ ਵਿੱਚ ਜਿਹੜਾ ਇੱਕ ਗੱਲ ਨਾ ਬੜੀ ਸਮਝਣ ਵਾਲੀ ਹੈ ਇਸ ਦੇ ਵਿੱਚ, ਤੀਆਂ ਦੇ ਗਿੱਧਿਆਂ ਦੀ ਵੰਨਗੀ ਹੀ ਵੱਖਰੀ ਹੁੰਦੀ ਹੈ। ਇੱਕ ਤਾਂ ਉੱਥੇ ਕੋਈ ਇੱਕ ਤਰ੍ਹਾਂ ਦਾ ਗਿੱਧਾ ਨਹੀਂ, ਕਿਉਂਕਿ ਤੁਸੀਂ ਤਾਂ ਅੱਜ ਕੱਲ੍ਹ ਯੂਥ ਫੈਸਟੀਵਲ ਦੇ ਗਿੱਧੇ ਦੇਖਣ ਗਿੱਝ ਗਏ, ਇਹ ਕਲਾਸਕੀ ਨਾਚ ਬਣ ਗਏ ਨੇ ਗਿੱਧਿਆਂ ਦੇ ਵਿੱਚ। ਹੁਣ ਉਹ ਲੋਕ ਰੰਗ ਨਹੀਂ ਰਿਹਾ, ਕਿਉਂਕਿ ਸਾਡੇ ਬਾਕੀ ਕੰਮ ਢੰਗ ਬਦਲ ਗਏ, ਇਹਨਾਂ ਨੇ ਬਦਲਣਾ ਹੀ ਸੀਗਾ। ਠੀਕ ਹੈ। ਤੇ ਜਿਹੜਾ ਸਾਡਾ ਲੋਕ ਰੰਗ ਸੀ ਨਾ, ਕਿ ਇੱਕ ਨਾਨਕੇ ਮੇਲ ਦਾ ਗਿੱਧਾ, ਇੱਕ ਸਾਡੇ ਘਰਾਂ ਦੇ ਵਿੱਚ ਹੋਣ ਵਾਲੇ ਵੈਸੇ ਵਿਆਹਾਂ ਦਾ ਗਿੱਧਾ ਹੁੰਦਾ ਗਾ, ਕੁੜੀ ਦੇ ਵਿਆਹ ਦਾ ਗਿੱਧਾ ਅੱਡ ਅੱਡ ਵੀ ਚਲੋ ਕੱਲੀਆਂ ਔਰਤਾਂ ਨੇ ਪਾਇਆ, ਪਰ ਉਹ ਗਿੱਧੇ ਸ਼ਾਇਸਤਾ ਗਿੱਧੇ ਸੀ। ਇੱਕ ਤਾਂ ਨਾਨਕਾ ਮੇਲ ਦਾ ਗਿੱਧਾ, ਕਿਉਂਕਿ ਬਗਾਨੇ ਪਿੰਡ ਦੀਆਂ ਕੁੜੀਆਂ ਆਈਆਂ ਹੁੰਦੀਆਂ, ਪਿੰਡ ਦੇ ਬੰਦੇ ਗਏ ਹੁੰਦੇ ਸੀ ਬਾਹਰ ਬਰਾਤਾਂ 'ਚ, ਚਲੋ ਹੋ ਜਾਂਦਾ ਸੀ। ਇਹ ਤੀਆਂ ਦਾ ਗਿੱਧਾ ਤਾਂ ਆਪਣੇ ਪਿੰਡ ਦੇ ਵਿੱਚ ਹੀ ਸਹੁਰਿਆਂ ਤੋਂ ਆਈਆਂ ਹੋਈਆਂ ਕੁੜੀਆਂ, ਤੇ ਜਾਂ ਪਿੰਡ ਦੀਆਂ ਜਵਾਨ ਹੋ ਰਹੀਆਂ ਕੁੜੀਆਂ, ਤੇ ਜਾਂ ਫਿਰ ਉਹ ਬਹੂਆਂ ਜਿਹੜੀਆਂ ਕਿਸੇ ਕਾਰਨ ਕਰਕੇ, ਕੰਮਾਂ ਧੰਦਿਆਂ ਕਰਕੇ ਪੇਕੇ ਨਹੀਂ ਜਾ ਸਕਦੀਆਂ, ਠੀਕ ਹੈ, ਉਹ ਉੱਥੇ ਹੁੰਦੀਆਂ ਸੀ। ਸੋ ਉਹ ਲੋਕ ਕਚਹਿਰੀ ਸੀ, ਔਰ ਆਪਾਂ ਕਹਿ ਲਈਏ ਨਾ ਕਿ ਔਰਤਾਂ ਦੀ ਉਹ ਇੱਕ ਐਸੀ ਕਚਹਿਰੀ ਸੀ ਜਿੱਥੇ ਉਹ ਆਪਣੇ ਮਨ ਦੇ ਹਰ ਭਾਵ ਨੂੰ ਵਿਅਕਤ ਕਰਦੀਆਂ, ਨਿਸ਼ੰਗਤਾ ਦੇ ਨਾਲ ਆਪਣੀਆਂ ਸਾਰੀਆਂ ਉਹ ਭਾਵਨਾਵਾਂ ਨੂੰ ਵਿਅਕਤ ਕਰਦੀਆਂ ਸੀ, ਖੋਲ ਕੇ ਰੱਖ ਦਿੰਦੀਆਂ ਸੀ। ਹਾਂ, ਖੋਲ ਕੇ ਰੱਖਦੀਆਂ ਸੀ। ਮੈਂ ਉਹ ਤੀਆਂ ਦੇਖੀਆਂ ਹੋਈਆਂ। ਤੁਸੀਂ ਦੇਖੋ, ਜੇ ਮੈਂ ਤੀਆਂ ਦਾ ਗਿੱਧਾ ਨਾ ਦੇਖਿਆ ਹੁੰਦਾ ਤਾਂ ਮੇਰਾ ਖਿਆਲ ਹੈ ਮੈਂ ਇਹ ਗੱਲ ਨੂੰ ਕਦੇ ਨਾ ਸਮਝ ਸਕਦੀ। ਤੁਸੀਂ ਅਕਸਰ ਹੀ ਦੇਖਿਆ ਹੋਣਾ, ਬੋਲੀ ਸੁਣੀ ਹੋਣੀ ਹੈ, ਬੋਦਾ ਤੱਕੜੀ ਦੀ ਡੰਡੀ ਵਾਂਗੂ ਥੱਲੇ ਲਾਉਣੀਆਂ ਹੈ। ਇਹ ਹੁਣ ਇਹ ਆਪਾਂ ਸਧਾਰਨ ਕੁੜੀਆਂ ਐਦਾਂ ਨਾ ਵੀ ਤੱਕੜੀ ਵਾਂਗੂ ਉਹਦੇ ਐਕਸ਼ਨ ਕਰਕੇ ਨੱਚ ਲੈਂਦੀਆਂ, ਕਿਉਂਕਿ ਨਹੀਂ ਪਤਾ। ਮੈਂ ਬਹੁਤ ਬਾਲੜੀ ਸੀ ਜਦੋਂ ਇੱਕ ਕੁੜੀ ਉੱਥੇ ਉਹਨੂੰ ਕਿਹਾ ਵੀ ਤੂੰ ਕਰਕੇ ਦਿਖਾ, ਇਹ ਉਹਨੂੰ ਆਉਂਦਾ ਸੀ। ਉਸ ਕੁੜੀ ਦੀਆਂ ਜਿਹੜੀਆਂ ਅਦਾਵਾਂ ਸੀ, ਕਿਉਂਕਿ ਮੈਂ ਬਾਲੜੀ ਸੀ, ਮੈਨੂੰ ਹਜੇ ਉਹਨਾਂ ਚੀਜ਼ਾਂ ਦਾ ਨਹੀਂ ਪਤਾ ਸੀਗਾ ਵੀ ਕੀ ਕਰ ਰਹੀ ਹੈ, ਪਰ ਇੰਨੇ ਸੋਹਣੇ ਉਹਦੇ ਐਕਸ਼ਨ ਸੀ, ਇੰਨੇ ਵੱਖਰੇ ਸੀ, ਮੇਰੇ ਦਿਮਾਗ 'ਚ ਟਿਕੇ ਰਹੇ। ਜਦੋਂ ਮੈਂ ਵੱਡੀ ਹੋ ਗਈ ਇਹ ਸਾਰੀਆਂ ਗੱਲਾਂ ਨੂੰ ਸਮਝਣ ਲੱਗੀ, ਤੇ ਹੁਣ ਮੈਨੂੰ ਵੀ ਉਹ ਕੀ ਵਿਅਕਤ ਕਰ ਰਹੀ ਸੀਗੀ, ਉਹਦੀਆਂ ਜਿਹੜੀਆਂ ਕਾਮਕ ਮੁਦਰਾਵਾਂ, ਜਿਸ ਤਰ੍ਹਾਂ ਤੁਸੀਂ ਦੇਖਿਆ ਨਹੀਂ ਉਹ ਕਪਾਲ ਭਾਤੀ ਕਰਕੇ, ਉਹ ਤੁਸੀਂ ਦੇਖਿਆ ਹੋਣਾ ਗੋਲਾ ਜਿਹਾ ਘੁਮਾ ਦਿੰਦੇ ਨੇ ਕਈ ਸੰਨਿਆਸੀ, ਉਹ ਇਸ ਤਰ੍ਹਾਂ ਆਪਦੇ ਪੇਟ ਨੂੰ ਘੁਮਾਉਂਦੀ ਸੀ। ਉਹਦੇ ਅਰਥ ਮੈਨੂੰ ਹੁਣ ਸਮਝ ਆਉਂਦੇ ਆ। ਮੈਨੂੰ ਪਤਾ ਨਹੀਂ ਸੀ ਉਸ ਵੇਲੇ, ਤਾਂ ਨਹੀਂ ਪਤਾ ਸੀ ਵੀ ਇਹਦੇ ਲੋਕੀ ਅਸ਼ਲੀਲ ਅਰਥ ਕੱਢਣਗੇ ਤਾਂ ਮਨਾ ਕਰ ਦਿੰਦੇ ਆ। ਤੇ ਅਚਾਨਕ ਹੀ ਕਿਤੇ ਉਹ ਕਹਿੰਦੀ ਸੀ ਵੀ ਕਿਤੇ ਮੇਰੀ ਬੇਬੇ ਨਾ ਆ ਜੇ ਗਿੱਧੇ 'ਚ, ਇੰਨੇ ਨੂੰ ਕਿਤੇ ਉਹਦੀ ਜਦੋਂ ਬੇਬੇ ਆ ਗਈ, ਉਹਨੇ ਦੇਖ ਲਿਆ ਵੀ ਉਹ ਕੁੜੀ ਤਮਾਸ਼ਾ ਕਰ ਰਹੀ ਸੀ, ਇਹੀ ਬੋਦਾ ਤੱਕੜੀ, ਉਹਨੇ ਚਲਾਉਣੀ ਚੱਪਲ ਮਾਰੀ ਉਸ ਲਈ। ਜਦੋਂ ਚੱਪਲ ਮਾਰੀ ਤਾਂ ਉਹ ਇੱਕਦਮ ਠਠੰਬਰ ਗਈ। ਮੈਨੂੰ ਹੈਰਾਨੀ ਵਾਲੀ ਗੱਲ ਵੀ ਦੇਖੀ, ਕੁਛ ਕੀਤਾ ਤਾਂ ਹੈ ਨਹੀਂ ਵਿਚਾਰੀ ਨੇ, ਇੰਨਾ ਸੋਹਣਾ ਕਰ ਰਹੀ ਸੀ ਵੀ ਉਹਦੀ ਚੱਪਲ ਕਿਉਂ ਮਾਰੀ, ਕਿਉਂਕਿ ਬਾਲੜੀਆਂ ਨੂੰ ਹਜੇ ਉਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ।
ਇੱਕ ਤਾਂ ਇਹ ਹੈ। ਦੂਸਰਾ ਨਾ ਉੱਥੇ ਗਿੱਧੇ ਦਾ ਕੋਈ ਇੱਕ ਪਿੜ ਨਹੀਂ ਹੁੰਦਾ, ਠੀਕ ਹੈ, ਉਸ ਦੇ ਨਾ ਅਲੱਗ-ਅਲੱਗ ਪਿੜ ਹੁੰਦੇ ਆ। ਉਹਦੇ ਵਿੱਚੋਂ ਜਿਹੜੀ ਸਭ ਤੋਂ ਤੇਜ਼ ਬੋਲੀਆਂ ਪਾਉਣ ਵਾਲੀ, ਤੇਜ਼ ਨੱਚਣ ਵਾਲੀ, ਆਪਣੇ ਆਪ ਹੀ ਉਹ ਗਿੱਧੇ ਦੀ ਮਰੈਲਣ ਬਣ ਜਾਂਦੀ ਆ ਉਸ ਪਿੜ ਦੀ, ਠੀਕ ਹੈ। ਤੇ ਕਈ ਵਾਰ ਉਹ 2 ਪਿੜ ਸਾਂਭ ਲੈਂਦੀਆਂ ਨੇ, ਤੇ ਕੋਈ ਜਿਹੜੀ ਹੋਰ ਵਿੱਚ ਆ ਜਾਂਦੀ ਆ, ਉਹਦੀ ਜੇ ਦਾਲ ਨਹੀਂ ਗਲਦੀ, ਉਹ 2-4 ਨੂੰ ਖਿਸਕਾ ਕੇ ਪਾਸੇ ਲੈ ਜਾਂਦੀ ਆ, ਉੱਥੇ ਪਿੜ ਵੱਜ ਜਾਂਦਾ ਹੈ, ਕਿਉਂਕਿ ਕੁੜੀਆਂ ਤਾਂ ਬਹੁਤ ਹੁੰਦੀਆਂ, ਉਹ ਆਪਦਾ ਅੱਡ ਪਿੜ ਲਾ ਲੈਂਦੀਆਂ ਨੇ। ਕਈ ਵਾਰ ਨਾ ਬੁੜੀਆਂ ਨੇ ਉੱਥੇ ਹੱਥਾਂ ਦੇ ਵਿੱਚ ਸੋਟੀਆਂ ਫੜੀਆਂ ਹੁੰਦੀਆਂ ਨੇ, ਉਹ ਵੀ ਆਉਂਦੀਆਂ ਉੱਥੇ ਦੇਖਣ, ਠੀਕ ਹੈ, ਉਹ ਆਪਦਾ ਅੱਡ ਲਾ ਕੇ ਬਹਿ ਜਾਂਦੀਆਂ। ਛੋਟੀ ਉਮਰ ਦੀਆਂ 13-13 ਸਾਲ ਦੀਆਂ, 12-12 ਸਾਲ ਦੀਆਂ ਕੁੜੀਆਂ ਨੂੰ ਉੱਥੋਂ ਭਜਾ ਦਿੰਦੀਆਂ, ਫਿਰ ਉਹ ਛੋਟੀਆਂ ਹੁੰਦੀਆਂ, ਉਹ ਆਪਦਾ ਅੱਡ ਨਿੱਕੀ ਮਤਲਬ ਨਾ ਮਾਮਾ ਖੱਟੀ ਚੁੰਨੀ ਲੈ ਦਿੱਤੀਆਂ, ਜ਼ੋਰ ਲੱਗੀਆਂ, ਠੀਕ ਹੈ, ਉਹ ਆਪਦੀਆਂ ਬੋਲੀਆਂ ਪਾਉਣ ਲੱਗ ਜਾਂਦੀਆਂ ਨੇਗੀਆਂ। ਹੁਣ ਤੁਸੀਂ ਕਹੋਗੀਆਂ ਵੀ ਖੱਟੀ ਚੁੰਨੀ ਕਿਉਂ ਮੰਗੀ ਜਾਂਦੀ ਹੈ, ਹਨਾ। ਹੁਣ ਅਸਲ ਦੇ ਵਿੱਚ ਪੀਲਾ ਰੰਗ ਨਾ ਸਾਡੇ ਤਿਉਹਾਰਾਂ ਦੇ ਵਿੱਚ ਜਸ਼ਨਾਵੀ ਸਮਝਿਆ ਜਾਂਦਾ ਹੈ, ਠੀਕ ਹੈ। ਤੁਹਾਡੇ ਆਉਣ ਤੋਂ ਪਹਿਲਾਂ ਮੈਨੂੰ ਐ ਸੀ ਤੁਸੀਂ ਆਉਣਾ, ਮੈਂ ਪੀਲੇ ਹੀ ਚੁੰਨੀ ਲਈ ਹੋਈ ਸੀਗੀ, ਠੀਕ ਹੈ, ਤੁਸੀਂ ਮੇਰੀ ਲਹਾਤੀ ਉਹ, ਅਸੀਂ ਫੁਲਕਾਰੀ ਦਵਾਤੀ। ਹਾਂ, ਕੋਈ ਗੱਲ ਨਹੀਂ। ਅਸਲ ਦੇ ਵਿੱਚ ਕੁੜੀਆਂ ਖੱਟੀ ਚੁੰਨੀ ਕਿਉਂ ਮੰਨਦੀਆਂ ਨੇ? ਇਹ ਸਾਡੇ ਉਹ ਪੀਲੇ ਭਾਵਾਂ ਦਾ ਪ੍ਰਤੀਕ ਨੇ। ਪੀਲਾ ਰੰਗ ਸਾਡਾ ਜਸ਼ਨਾਵੀ ਹੈ। ਅਸੀਂ ਜਦੋਂ ਚਾਵਲ ਬਣਾਉਂਦੇ ਹਾਂ, ਠੀਕ ਹੈ, ਜਰਦਾ, ਜਿਹਨੂੰ ਪੀਲਾ ਜਰਦ ਹੁੰਦਾ ਹੀ ਪੀਲਾ, ਤੇ ਉਹ ਕੇਸਰ ਪਾ ਕੇ ਬਣਾਇਆ ਜਾਂਦਾ, ਜਾਂ ਪੀਲਾ ਥੋੜਾ ਲੱਡੂਆਂ ਦਾ ਰੰਗ, ਸਾਡੇ ਲੱਡੂ ਪੀਲੇ, ਸਾਡਾ ਟਿੱਕਾ ਪੀਲਾ, ਠੀਕ ਹੈ, ਤੇ ਬਟਨਾ ਮਾਰਦੇ ਹੋ ਪੀਲਾ, ਅਸੀਂ ਜਦੋਂ ਸੂਟ ਪਾਉਣੇ ਆ ਪੀਲੇ, ਠੀਕ ਹੈ। ਇਹ ਪੀਲਾ ਰੰਗ ਹੈ ਨਾ ਸਾਡੇ ਜਸ਼ਨਾਵੀ ਭਾਵਨਾਵਾਂ ਦਾ ਪ੍ਰਤੀਕ ਹੈ। ਇਹ ਸਾਡੇ ਸੂਟਾਂ 'ਚ ਹੀ ਨਹੀਂ ਸਮਾਇਆ ਹੋਇਆ, ਇਹ ਸਾਡੇ ਖਾਣਿਆਂ ਦੇ ਵਿੱਚ ਵੀ ਸਮਾਇਆ ਹੋਇਆ ਹੈ। ਮੈਮ ਤੁਸੀਂ ਹੁਣੇ ਜਦੋਂ ਤੁਸੀਂ ਗੱਲ ਕਰ ਰਹੇ ਸੀ, ਤੁਸੀਂ, ਮੈਂ ਇੱਕ ਸ਼ਬਦ ਸੁਣਿਆ ਤੁਹਾਡੇ ਤੋਂ, ਬੱਲੋ। ਉਸ ਬੱਲੋ ਪੈਂਦੀ ਹੈ ਜਾਂ ਪਾਉਣ ਦਾ, ਉਸਦੀ ਉਹ ਰਸਮ ਹੈ ਜਾਂ ਗਿੱਧੇ ਦੇ ਵਿੱਚ ਕੀ ਕੀਤੇ, ਉਸ ਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ। ਹਾਂ, ਅਸਲ 'ਚ ਅੱਜ ਕੱਲ੍ਹ ਬਸ ਬੱਲੋ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਦੋਂ ਖਾਸ ਕਰਕੇ ਤੀਆਂ ਜਾਂ 3 ਦਿਨਾਂ ਤੱਕ ਜਾਂ 1 ਦਿਨ ਤੱਕ ਸੁੰਗੜਦੀਆਂ ਨੇ, ਉਸ ਵੇਲੇ 13 ਦਿਨ ਜਦੋਂ ਕੁੜੀਆਂ ਵੱਲੋਂ ਗਿੱਧਾ ਪਾਉਂਦੀਆਂ ਨੇ, ਤਾਂ ਅਖੀਰਲੇ ਦਿਨ 1 ਦਿਨ ਪਹਿਲਾਂ ਹੀ ਤਿਆਰੀ ਹੋ ਜਾਂਦੀ ਹੈ, ਜਾਂ 3 ਦਿਨ ਵੀ ਕਿਹੜੀ ਤਰੀਕ ਨੂੰ ਵੱਲੋਂ ਪਾਉਣੀ ਹੈ, ਪਰਸੋਂ ਪਾਉਣੀ ਹੈ ਕਿ ਕੱਲ੍ਹ ਪਾਉਣੀ ਆ, ਜਾਂ ਹੋਰ ਇਹ ਹੁੰਦਾ ਵੀ ਚੰਦ ਨੇ ਗੋਡੀ ਜੇ ਉੱਦ ਮਾਰ ਦੇਣੇ, ਉਦੋਂ ਪਹਿਲਾਂ ਜਾਂ ਤਾਂ 1 ਦਿਨ ਪਹਿਲਾਂ ਪਾ ਦਈਏ। ਉੱਥੇ ਫਿਰ ਫੈਸਲਾ ਕਰ ਲੈਂਦੀਆਂ ਕਈ ਵਾਰ ਤਾਂ ਵੀ ਇੰਨੀਆਂ ਕੁੜੀਆਂ ਨੇ ਤਾਂ ਸਹੁਰੇ ਵਾਪਸ ਚਲੀਆਂ ਜਾਣਾ ਉਦੋਂ ਤੱਕ, ਜੇ ਮਰੈਲਣਾ ਨਹੀਂ ਜਾਣਾ ਹੋਊ ਫਿਰ 1 ਦਿਨ ਪਹਿਲਾਂ ਵੀ ਪਾ ਦਿੰਦੀਆਂ, ਇਹੋ ਜਿਹੀ ਵੀ ਕੋਈ ਗੱਲ ਨਹੀਂ, ਠੀਕ ਹੈ। ਤੇ ਪੂਰਨਮਾਸ਼ੀ ਵਾਲੇ ਦਿਨ ਤਾਂ ਪੱਕਾ ਹੀ ਹੈ ਨਾ ਵੀ ਫਿਰ ਪਾ ਹੀ ਦੇਣੀ ਹੈਗੀ। ਉਹ ਹੁੰਦਾ ਗਾ ਕਿ ਕੁੜੀਆਂ ਨਾ ਟੋਲੇ ਬਣਾ ਲੈਂਦੀਆਂ, ਅੱਡ ਰੂਪ ਦਿੰਦੀਆਂ ਨੇ। ਮੇਰੇ ਨਾਨਕੇ ਪਿੰਡ 'ਚ ਵੀ ਮਤਲਬ ਵੀ ਮੇਰੇ ਮਦਰ ਵੀ ਇਹ ਗੱਲ ਮੈਨੂੰ ਦੱਸਦੇ ਸੀਗੇ, ਇਹ ਗਿਆਨੀ ਗੁਰਦਿੱਤ ਸਿੰਘ ਨੇ ਵੀ ਆਪਦੀ ਮੇਰਾ ਪਿੰਡ ਦੇ ਵਿੱਚ ਦੱਸੀ ਹੋਈ ਆ ਕਿ 2 ਟੋਲੇ ਬਣ ਜਾਂਦੇ ਆ। ਇੱਕ ਕੁੜੀ ਨੂੰ ਸਜਾ ਸਵਾਰ ਦਿੱਤਾ ਜਾਂਦਾ ਜਿਵੇਂ ਪੂਰੀ ਗਹਿਣੇ ਗੱਟਿਆਂ ਨਾਲ ਵਿਆਹੀ ਹੋਈ ਹੁੰਦੀ ਹੈਗੀ ਆ, ਦੂਜੀ ਔਰਤ ਨੂੰ ਉਸੇ ਤਰ੍ਹਾਂ ਹੀ ਮਤਲਬ ਉਹਦੇ ਦੁਪੱਟੇ ਨਾਲ ਹੀ ਪੱਗ ਬੰਨ੍ਹ ਕੇ ਲਾੜੀ ਦਾ ਰੂਪ ਦੇ ਦਿੱਤਾ ਜਾਂਦਾ ਹੈਗਾ। ਇੱਕ ਵਿਆਹ ਦੀ ਤਰ੍ਹਾਂ ਨਾ, ਜਿਵੇਂ ਇੱਕ ਪਾਸਿਓਂ ਬਰਾਤ ਆਉਂਦੀ ਆ, ਦੂਜੇ ਪਾਸੇ ਕੁੜੀ ਵਾਲੇ ਆ ਰਹੇ ਨੇਗੇ, ਇਸ ਤਰ੍ਹਾਂ ਪੂਰਾ ਹੱਲਾ ਆਉਂਦਾ ਦੋਨਾਂ ਧਿਰਾਂ ਦਾ, ਤੇ ਉਹਦੀ ਡੀਕਰੀਆਂ ਵਗੈਰਾ ਦੀ ਸੋਟ ਕੀਤੀ ਜਾਂਦੀ ਹੈ, ਜਿਵੇਂ ਪੈਸੇ ਸੁੱਟਦੇ ਆਉਣੇ ਆ ਹੈ, ਤੇ ਫਿਰ ਵਿਚਾਲੇ ਆ ਕੇ ਪੂਰਾ ਜ਼ੋਰਾਂ ਸ਼ੋਰਾਂ ਨਾਲ ਫਿਰ ਗਿੱਧਾ ਪੈਂਦਾ ਹੈਗਾ। ਗਿੱਧੇ 'ਚ ਵੀ ਕੋਈ ਵੱਖਰਤਾ ਹੁੰਦੀ ਹੋਣੀ ਮੈਡਮ, ਕਿਉਂਕਿ ਉਹ ਤਾਂ ਐਂ ਹੁੰਦਾ ਵੀ ਲਗਾਤਾਰ ਅਸਲ ਦੇ ਵਿੱਚ ਤਾਂ ਇੱਕ ਤਾਂ ਉਹ ਵਿਆਹ ਨੂੰ ਚਿੰਨ੍ਹਿਕ੍ਰਿਤ ਕਰਦੀ ਹੈ, ਠੀਕ ਹੈ। ਦੂਸਰੀ ਗੱਲ ਉਹਦੇ ਨਾਲ ਵੀ ਕਈ ਲੋਕ ਜੋੜਦੇ ਨੇ ਕਿ ਅਹਿਮਦ ਸ਼ਾਹ ਅਬਦਾਲੀ ਦੇ ਹੱਲੇ ਹੁੰਦੇ ਸੀ, ਉਹ ਆ ਕੇ ਤੀਆਂ ਨੂੰ ਲੁੱਟਦਾ ਹੁੰਦਾ ਸੀ। ਹੋ ਸਕਦਾ ਵੀ ਦੇਖੋ ਵੀ ਇਹ ਜਿਵੇਂ ਉਹ ਗਿੱਧਾ ਪੈਂਦਾ ਕੋਈ ਹੱਲਿਆਂ ਵਾਂਗੂ ਹੀ ਪੈਂਦਾ, ਕਿਉਂਕਿ ਠੀਕ ਹੈ, ਤੇ ਵਿਚਾਲੇ ਆ ਕੇ ਪੈਂਦਾ ਜਿਵੇਂ 2 ਫੌਜਾਂ ਲੜ ਰਹੀਆਂ ਹੋਣ, ਇਸ ਤਰ੍ਹਾਂ ਦਾ ਵੀ ਹੁੰਦਾ। ਦੇਖੋ ਜਦੋਂ ਮੁਗਲ ਇਉਂ ਕਰਦੇ ਸੀਗੇ, ਨਾ ਕਰਦੇ, ਆਪਾਂ ਨੂੰ ਪਤਾ ਕਿ ਜ਼ਬਰ ਤਾਂ ਉਸ ਵੇਲੇ ਹੁੰਦਾ ਹੀ ਸੀ, ਤੇ ਸਿੱਖਾਂ ਨੇ ਆਪਣੀਆਂ ਕੁੜੀਆਂ ਨੂੰ ਹੋ ਸਕਦਾ ਉਸ ਵੇਲੇ ਅੰਦਰ ਡੱਕ ਲਿਆ ਹੋਵੇ, ਤੇ ਕਹਿੰਦੇ ਸੀ ਉਹ ਤੀਆਂ ਦੇ ਵਿੱਚੋਂ ਇਸ ਤਰ੍ਹਾਂ ਕੁੜੀਆਂ ਨੂੰ ਜਿਹੜੀਆਂ ਸੋਹਣੀਆਂ ਹੁੰਦੀਆਂ ਸੀ ਉਹ ਘੋੜਿਆਂ ਤੇ ਚੁੱਕ ਕੇ ਲੈ ਜਾਂਦੇ ਸੀ। ਦੇਖੋ ਇਸ ਬਾਰੇ ਸੱਚਾਈ ਕੀ ਹੈ ਇਹ ਤਾਂ ਕੋਈ ਇਤਿਹਾਸਕਾਰ ਹੀ ਦੱਸ ਸਕਦਾ ਇਹਦੇ ਕੋਲ, ਜਾਂ ਆਪਾਂ ਕਹਿ ਲਈਏ ਕਿ ਇੱਧਰ ਹਜੇ ਖੋਜ ਕਰਨੀ ਰਹਿੰਦੀ ਹੈ, ਪਰ ਹੋ ਸਕਦਾ ਹੈ ਆਪਾਂ ਸ਼ਬਦ ਵਰਤਦੇ ਹਾਂ ਕਿ ਇਉਂ ਹੁੰਦਾ ਰਿਹਾ ਹੋਵੇ, ਤੇ ਸਿੱਖਾਂ ਨੇ ਆਪਦੀਆਂ ਕੁੜੀਆਂ ਭਾਈ ਅੰਦਰ ਡੱਕ ਲਈਆਂ ਹੋਣਗੀਆਂ, ਤੇ ਕਾਫੀ ਮਤਲਬ ਇਹ ਪਿੰਡਾਂ 'ਚ ਬੰਦ ਵੀ ਕਰਵਾ ਦਿੱਤੀਆਂ ਗਈਆਂ ਸੀਗੀਆਂ ਤੀਆਂ, ਇੱਕ ਚਿੰਨ ਰੂਪ ਵਜੋਂ ਵੀ ਇਹ ਕੋਈ ਮੁਗਲਾਂ ਨੇ ਨਹੀਂ ਲਗਵਾਉਣੀਆਂ ਸ਼ੁਰੂ ਕੀਤੀਆਂ ਸੀ ਤੀਆਂ ਤੋਂ ਪਹਿਲਾਂ ਤੋਂ ਹੀ ਲੱਗਦੀਆਂ ਆ ਰਹੀਆਂ ਸੀ। ਹੋ ਸਕਦਾ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਉਠਾਉਣਾ ਸ਼ੁਰੂ ਕੀਤਾ ਹੋਵੇ, ਠੀਕ ਹੈ। ਤੇ ਸਿੱਟੇ ਵਜੋਂ ਫਿਰ ਜਦੋਂ ਅਸੀਂ ਮਾੜੀ ਹਾਲਤ 'ਚ ਹੁੰਦੇ ਹਾਂ ਅਸੀਂ ਆਪਦੀਆਂ ਧੀਆਂ ਭੈਣਾਂ ਨੂੰ ਅੰਦਰ ਡੱਕ ਲੈਂਦੇ ਹਾਂ, ਇਹਨਾਂ ਨੇ ਵੀ ਇਸ ਤਰ੍ਹਾਂ ਕੀਤਾ ਹੋਵੇਗਾ, ਇਸ ਤਰ੍ਹਾਂ ਹੁੰਦਾ ਗਾ।
ਤੇ ਦੂਸਰਾ ਜਿਹੜਾ ਬੱਲੋ ਦਾ ਇੱਕ ਰੂਪ ਹੈ, ਉਹਦਾ ਗਿੱਧਾ ਥੋੜਾ ਜਿਹਾ ਨਾ ਵੱਖਰਾ ਹੁੰਦਾ ਹੈਗਾ। ਉਸ ਦਿਨ ਸਿੰਗਲ ਤਾੜੀ ਦਾ ਗਿੱਧਾ ਪਾਇਆ ਜਾਂਦਾ, ਆਮ ਕਰਕੇ ਜਿਵੇਂ ਆਪਾਂ ਡਬਲ ਤਾੜੀ ਦਾ ਗਿੱਧਾ ਵੀ ਪਾ ਲੈਂਦੇ ਹਾਂ, ਐਂ ਕਰਨੇ। ਉਹ ਗਿੱਧਾ ਇੰਨਾ ਜ਼ੋਰ ਦੀ ਨਾ, ਜਿਵੇਂ ਲੱਕੜ ਤੇ ਲੱਕੜ ਮਾਰੀ ਦੀ ਆ, ਸਾਰੇ ਹੱਥਾਂ ਦੇ ਜ਼ੋਰ ਨਾਲ ਗਿੱਧਾ ਪਾਇਆ ਜਾਂਦਾ ਹੈਗਾ। ਤੇ ਉਸ ਦਿਨ ਦੂਜੀਆਂ ਲੰਬੀਆਂ ਬੋਲੀਆਂ ਜਾਂ ਛੋਟੀਆਂ ਬੋਲੀਆਂ ਉਵੇਂ ਨਹੀਂ ਪਾਈਆਂ ਜਾਂਦੀਆਂ, ਨਹੀਂ ਤਾਂ ਅਲੱਗ-ਅਲੱਗ ਤਰ੍ਹਾਂ ਦੀ ਬੋਲੀਆਂ ਹੁੰਦੀਆਂ ਨਾ ਆਮ ਕਰਕੇ। ਤਾਂ ਬੱਲੋ ਵਾਲੇ ਦਿਨ ਜਿਹੜੀਆਂ ਬੋਲੀਆਂ ਨੇ ਸਿੱਧੀਆਂ ਦੋ ਤੁਕੀਆਂ ਜ਼ਿਆਦਾ ਚੱਲਦੀਆਂ ਨੇ, ਕਿਉਂਕਿ ਕਾਹਲੀ ਬਹੁਤ ਹੁੰਦੀ ਆ, ਫਾਸਟ ਬਹੁਤ ਹੁੰਦੀ ਆ, ਲੰਬੀ ਬੋਲੀ ਸੁਣਨ ਦਾ ਕਿਸੇ ਕੋਲ ਹੁੰਦਾ ਹੀ ਨਹੀਂ ਆ। ਜਿਵੇਂ ਇਹੀ ਦੋ ਤੁਕੀ ਬੋਲੀ, ਚੰਦ ਕੁੜੀਆਂ ਦਾ ਬੈਰੀ ਗੋਡੀ ਮਾਰ ਗਿਆ, ਚੰਦ ਕੁੜੀਆਂ ਦਾ, ਮਤਲਬ ਇੰਨੀ ਜ਼ੋਰ ਦੀ ਗਿੱਧਾ ਵੀ ਹੱਥ ਲਾਲ ਹੋ ਜਾਂਦੇ ਸੀ ਇਹ ਕਰਦੀਆਂ ਦੇ। ਤੇ ਜੇ ਕਿਸੇ ਨੇ ਟੋਕਤਾ ਵੀ ਇੱਥੇ ਤੁਸੀਂ ਕਿਉਂ ਚੜੀਆਂ, ਮੇਰੇ ਪੜਦਾਦੇ ਬਾਰੇ ਵੀ ਇਹ ਗੱਲ ਮਸ਼ਹੂਰ ਸੀ ਪਿੰਡਾਂ ਦੇ ਵਿੱਚ ਕਿ ਕਿਉਂਕਿ ਗੁਰਦੁਆਰਾ ਸਾਹਿਬ ਦੇ ਨਾਲ ਹੀ ਮਤਲਬ ਹਲਟੀ ਹੁੰਦੀ ਸੀ, ਉੱਥੇ ਹੀ ਤੀਆਂ ਲੱਗਦੀਆਂ ਹੁੰਦੀਆਂ ਸੀਗੀਆਂ। ਉਸ ਵੇਲੇ ਤਲਾਬ ਤਾਂ ਹਜੇ ਨਹੀਂ ਸੀ ਬਣਿਆ ਹੁੰਦਾ। ਤੇ ਉਹ ਜਦੋਂ ਮੀਂਹ ਕਿਤੇ ਆ ਗਿਆ, ਸਾਉਣ ਦਾ ਮਹੀਨਾ ਹੁੰਦਾ, ਤੇ ਕੁੜੀਆਂ ਗੁਰਦੁਆਰੇ 'ਚ ਵੜ ਗਈਆਂ। ਤੇ ਜਦੋਂ ਗੁਰਦੁਆਰੇ 'ਚ ਵੜ ਗਈਆਂ, ਉਹਨਾਂ ਨੇ ਝਿੜਕ ਕੇ ਬਾਹਰ ਕੱਢਤੀਆਂ ਵੀ ਤੁਸੀਂ ਪੈਰ ਲੈ ਕੇ ਕਿਵੇਂ ਅੰਦਰ ਆ ਗਈਆਂ, ਵੀ ਚਲੋ ਭਾਜੋ, ਇੱਥੇ ਨਹੀਂ ਤੁਹਾਨੂੰ ਵੜਨ ਦੇਣਾ। ਤੇ ਉਹਨਾਂ ਨੇ ਫਿਰ ਬੱਲੋ ਵਾਲੇ ਦਿਨ ਕਿਹਾ, ਗਿੱਧਾ ਪਾਉਣ ਲੱਗ ਗਈਆਂ ਵੀ 1 ਰੁਪਈਆ ਮਿੱਟੀ ਦਾ, ਘਰ ਘਰ ਜਵਾਰੀ ਪਿੱਟੀ ਦਾ। ਮਤਲਬ ਮੇਰੇ ਪੜਦਾਦੇ ਦਾ ਨਾਂ ਜਵਾਰੀ ਸੀਗਾ ਵੈਸੇ ਮੈਂ ਦੇਖਿਆ। ਉਸ ਤੋਂ ਬਾਅਦ ਫਿਰ ਇਹ ਆਏ ਵਾਰ ਬੋਲੀ, ਭਾਵੇਂ ਮੇਰੇ ਪੜਦਾਦੇ ਦੇ ਨਾਂ ਤੇ ਨਹੀਂ ਪੈਂਦੀ ਸੀ, ਪਰ ਜਦੋਂ ਕੋਈ ਬੰਦਾ ਝਿੜਕ ਦਿੰਦਾ ਨਾ ਵੀ ਇਹ ਕਮਲੀਆਂ ਜੀਆਂ ਹੁਣ ਤੁਸੀਂ ਬੰਦ ਕਰੋ ਇਹਨਾਂ ਨੂੰ, ਤਾਂ ਉਸ ਬੰਦੇ ਦਾ ਨਾਂ ਲੈ ਕੇ ਬੋਲੀ ਪਾਉਣੀ ਸ਼ੁਰੂ ਕਰ ਦਿੰਦੀਆਂ ਸੀ। 1 ਰੁਪਈਆ ਮਿੱਟੀ ਦਾ, ਘਰ ਘਰ ਫਲਾਣਾ ਪਿੱਟੀ ਦਾ, ਘਰ ਤੇਰੀ ਸੀੜੀ ਨੂੰ ਸੁੱਬੀ ਨਾ ਥਿਆਵੇ, ਤੀਆਂ ਨੂੰ ਹਟਾਉਣ ਵਾਲਿਆ। ਜਾਨੀ ਉਹਨੂੰ ਦੋ ਤੁਕੀਆਂ ਬੋਲੀਆਂ, ਤੇਰਾ ਹੋਵੇ ਸੁਰਗਾਂ ਦੇ ਵਿੱਚ ਵਸ ਆਵੇ, ਤੀਆਂ ਨੂੰ ਲਵਾਉਣ ਵਾਲਿਆ, ਤੇਰਾ ਹੋਵੇ ਨਰਕਾਂ ਵਿੱਚ ਵਸ ਆਵੇ, ਤੀਆਂ ਨੂੰ ਹਟਾਉਣ ਵਾਲਿਆ, ਕੀੜੇ ਪੈਣਗੇ ਮਰੇਗਾ ਸੱਪ ਲੜ ਕੇ, ਤੀਆਂ ਨੂੰ ਹਟਾਉਣ ਵਾਲਿਆ। ਠੀਕ ਹੈ। ਸੋ ਇਸ ਕਰਕੇ ਨਾ ਜਿਹੜੀਆਂ ਉਹ ਬੋਲੀਆਂ ਹੀ ਵੱਖਰੀਆਂ ਹੁੰਦੀਆਂ ਸੀ। ਉਸ ਦਿਨ ਦੁਪਹਿਰੇ ਗਿੱਧਾ ਸ਼ੁਰੂ ਹੋ ਜਾਂਦਾ ਹੈ, ਆਮ ਦਿਨਾਂ ਦੇ ਵਿੱਚ ਤਾਂ ਸ਼ਾਮ ਨੂੰ ਹੁੰਦਾ। ਉਸ ਦਿਨ ਦੁਪਹਿਰੇ ਕਿਉਂਕਿ ਗਿੱਧਾ ਸ਼ੁਰੂ ਹੋ ਜਾਂਦਾ, ਜਿਉਂ ਦੁਪਹਿਰ ਵੇਲੇ ਜਾ ਕੇ ਲੱਗਦੀਆਂ ਕਮਲੀਆਂ ਹੋ ਜਾਂਦੀਆਂ ਗਿੱਧਾ ਪਾ ਕੇ। ਰਸਤੇ ਦੇ ਵਿੱਚ ਜਿਹੜੀਆਂ ਵੀ ਸਾਂਝੀਆਂ ਥਾਵਾਂ ਆਉਂਦੀਆਂ, ਚਾਹੇ ਉਹ ਪਿੰਡ ਦੀ ਧਰਮਸ਼ਾਲਾ ਹੈ, ਚਾਹੇ ਉਹ ਪਿੰਡ ਦੀ ਸੱਥ ਹੈ, ਜੇ ਉੱਥੇ ਸਿਆਣੇ ਬਿਆਣੇ ਪਤਵੰਤੇ ਬੰਦੇ ਬੈਠੇ ਹੁੰਦੇ ਆ, ਤਾਂ ਉਹਨਾਂ ਦੇ ਜਿਹੜੀਆਂ ਕੁੜੀਆਂ ਕਦੇ ਮਤਲਬ ਐ ਸਿਰ ਚੁੱਕ ਕੇ ਨਹੀਂ ਸੀ ਤੁਰਦੀਆਂ, ਸਾਊ ਕੁੜੀਆਂ। ਹਾਂ, ਕੁੜੀਆਂ ਸਾਊ ਹੀ ਹੁੰਦੀਆਂ ਵੈਸੇ। ਹਾਂ, ਤੇ ਉਹ ਵਿਚਾਰੀਆਂ ਨੇ ਉਹ ਸਾਹ ਤਾਂ ਲੈਣਾ ਹੀ ਹੁੰਦਾ ਨਾ, ਪਰ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਥੋੜੀ ਜਿਹੀ ਖੁੱਲ੍ਹ ਮਿਲੀ ਹੁੰਦੀ ਹੈ, ਚਾਚਿਆਂ ਤਾਇਆਂ ਵੱਲੋਂ, ਪਿਓਆਂ ਵੱਲੋਂ, ਮਾਵਾਂ ਵੱਲੋਂ, ਭਰਾਵਾਂ ਵੱਲੋਂ। ਠੀਕ ਆ, ਬੋਲੀ ਵੀ ਉਵੇਂ ਹੀ ਆ ਨਾ, ਨਾ ਝਿੜਕੀ ਵੇ ਚਾਚਾ ਵੇ, ਇਹ ਤਾਂ ਕੁੜੀਆਂ ਦਾ ਤਮਾਸ਼ਾ, ਤੂੰ ਨਾ ਝਿੜਕੀ ਵੇ ਵੀਰਾ, ਇਹ ਤਾਂ ਕੁੜੀਆਂ ਦਾ ਰਵੀਰਾ, ਨਾ ਝਿੜਕੀ ਨੀ ਮਾਏ ਨੀ, ਇਹ ਤਾਂ ਸਾਵਣ ਦੇ ਦਿਨ ਆਏ। ਠੀਕ ਹੈ। ਉਹ ਰਜੋਈ ਕਰਦੀਆਂ ਇੱਕ ਕਿਸਮ ਦੀ, ਸੋ ਖੁੱਲ੍ਹ ਮਿਲਦੀ ਆ ਉਹਨਾਂ ਨੂੰ ਮਾਂ ਪਿਓ ਨੂੰ। ਉਹ ਆ ਕੇ ਵਿਚਾਲੇ ਵੜ ਕੇ ਗਿੱਧਾ ਪਾਉਣ ਲੱਗ ਜਾਂਦੀਆਂ, ਨੱਚਣ ਲੱਗ ਜਾਂਦੀਆਂ। ਤੇ ਫਿਰ ਉਸ ਵੇਲੇ ਉਹੀ ਜਿਹੜੇ ਸਾਡੇ ਘਰਾਂ ਦੇ ਤਾਏ ਚਾਚੇ ਬਾਬੇ ਹੁੰਦੇ ਆ, ਉਹ ਨੀਵੀਂ ਪਾ ਕੇ ਤੁਰ ਜਾਂਦੇ ਆ, ਸਹੁਰੀਆਂ ਕਮਲੀਆਂ ਹੈ, ਚੱਲ ਕੋਈ ਨਹੀਂ, ਇੱਕ ਦਿਨ ਹੁੰਦਾ ਕੁੜੀਆਂ ਦਾ ਹੈ, ਢਲ ਜਾਂਦੇ ਆ। ਪਰ ਕਈ ਵਾਰ ਕੀ ਹੁੰਦਾ ਨਾ, ਕੋਈ ਮਨ ਚਲਾ ਜਾਂ ਹੋਰ ਪਿੰਡ ਦੇ ਖੜ ਕੇ ਮੁੰਡੇ, ਤੇ ਫਿਰ ਉਹਨਾਂ ਨੂੰ ਝਿੜਕਾਂ ਮਿਲਦੀਆਂ ਵੀ ਤੁਸੀਂ ਕੀ ਕਰਦੇ ਹੋ, ਇੱਥੇ ਤਾਂ ਕੁੜੀਆਂ ਗਿੱਧਾ ਪਾ ਰਹੀਆਂ ਨੇਗੀਆਂ। ਤੇ ਜੇ ਕੋਈ ਫੇਰ ਵੀ ਨਾ, ਤੇ ਕਈ ਵਾਰ ਸੱਥ ਦੇ ਵਿੱਚ ਵੀ, ਇਹ ਤਾਂ ਸਾਡੀ ਸੱਥ ਹੈ ਵੀ ਆਪੇ ਨੱਚਦੀਆਂ ਨੂੰ ਦੇਖੀ ਜਾਵਾਂਗੇ ਜਾਂ ਐਵੇਂ ਕਰੀ ਜਾਵਾਂਗੇ, ਤਾਂ ਫਿਰ ਉਹ ਕੁੜੀਆਂ ਕਈ ਵਾਰ ਚੰਗੀ ਧੁਲਾਈ ਕਰ ਦਿੰਦੀਆਂ ਨੇ ਉਸ ਦੀ। ਹੱਥਾਂ ਵਿੱਚ ਕਈਆਂ ਬੁੜੀਆਂ ਦੇ ਸੋਟੀਆਂ ਵੀ ਹੁੰਦੀਆਂ ਨੇ, ਚੰਗੀ ਮਤਲਬ ਬੋਲੀਆਂ ਨਾਲ ਹੀ ਕਰ ਦਿੰਦੀਆਂ, ਬੋਲੀਆਂ ਨਾਲ ਤਾਂ ਕਰਦੀਆਂ ਉਹਦੇ 'ਚ ਤਾਂ ਉਹ ਚਲੋ ਮਜ਼ਾ ਵੀ ਲੈਂਦੇ ਹੁੰਦੇ ਆ। ਮੈਨੂੰ ਤੁਹਾਡੀਆਂ ਗੱਲਾਂ ਤੋਂ ਐਵੇਂ ਲੱਗਦਾ ਕਿ ਸਿਰਫ ਤੀਆਂ ਦੇ ਦਿਨਾਂ 'ਚ ਹੀ ਉਹਨਾਂ ਨੂੰ ਇੰਪਾਵਰਮੈਂਟ ਮਿਲਦੀ ਹੈ। ਬਿਲਕੁਲ ਇੰਪਾਵਰਮੈਂਟ ਉਹ ਪੁੱਛਦੇ ਨੇ, ਤੇ ਉਹ ਫਿਰ ਉਹਨੂੰ ਚੰਗੀ ਕੁੱਟਮਾਰ ਵੀ ਕਰ ਦਿੰਦੀਆਂ ਨੇਗੀਆਂ। ਕਈ ਥਾਵਾਂ ਤੇ ਅਕਸਰ ਹੀ ਪਿੰਡਾਂ ਦੇ ਵਿੱਚ ਝਗੜੇ ਹੋ ਜਾਂਦੇ ਸੀ, ਪਰ ਇਹੋ ਜਿਹੇ ਝਗੜੇ ਦੇ ਵਿੱਚ ਕਦੇ ਵੀ ਕਿਸੇ ਦੀ ਸਿੰਪਥੀ ਉਸ ਮੁੰਡੇ ਨਾਲ ਨਹੀਂ ਹੁੰਦੀ ਸੀ। ਸਾਰੇ ਪਿੰਡ ਦੀ ਸਿੰਪਥੀ ਭਾਵੇਂ ਕੁੜੀਆਂ ਹੀ ਵਧੀਕੀ ਕਰ ਜਾਂਦੀਆਂ, ਕੁੜੀਆਂ ਨਾਲ ਹੁੰਦੀ ਸੀਗੀ ਵੀ 1-2 ਤਾਂ ਦਿਨ ਵਿਚਾਰੀਆਂ ਦੇ ਉਹਦੇ ਵੀ ਮਤਲਬ ਉਹ ਨਹੀਂ। ਫਿਰ ਉਹ ਲੈਣ ਕੀ ਗਿਆ ਸੀ ਤੀਆਂ 'ਚ, ਉਹ ਗਿਆ ਕੀ ਕਰਨ ਸੀ। ਜੇ ਕੋਈ ਚੋਰੀ ਤੀਆਂ ਦੇਖਦਾ, ਫੜਿਆ ਜਾਂਦਾ ਹੁੰਦਾ ਨਾ, ਕਈ ਵਾਰ ਪਿੰਡ ਦੇ ਜਵਾਈ ਜਿਹੜੇ ਲੈਣ ਆਏ ਹੁੰਦੇ ਚੋਰੀਆਂ ਟੇਢੇ ਢੰਗ ਨਾਲ, ਤਾਂ ਵੈਸੇ ਉਹ ਆਪ ਵੀ ਬੁਲਾਉਂਦੀਆਂ ਨੇ, ਤੀਆਂ ਦੇਖਣ ਆਵੇ ਕੀ ਰਾਹ ਨਹੀਂ ਜਾਣਦਾ, ਬੋਲੀ ਵੀ ਹੈ ਨਾ ਤੀਆਂ ਦੀ। ਠੀਕ ਹੈ। ਤੇ ਹੋਰਾਂ ਦੇ ਮਾਈਏ ਲੰਮ ਸਲਮੇ ਤੇਰੀ ਵੀ ਸੰਧੂਰੀ ਪੱਗ ਦੇ। ਠੀਕ ਹੈ। ਝੂਟਾ ਦੇ ਜਾਵੇ ਸੰਧੂਰੀ ਪੱਗ ਵਾਲਿਆ, ਪੀਂਘ ਪਾਈ ਤੇਰੀ ਆਸਰੇ। ਯਾਦ ਤਾਂ ਉਹਨਾਂ ਨੂੰ ਹੀ ਕਰਦੀਆਂ, ਕਿਉਂਕਿ ਭਾਵਨਾਵਾਂ ਉਹੀ ਹੁੰਦੀਆਂ ਨੇ, ਐਵੇਂ ਸਾਨੂੰ ਖੜਮਸਤੀ ਕਰਦੀਆਂ ਨੂੰ ਇੱਥੇ ਆ ਕੇ ਦੇਖੀ। ਠੀਕ ਹੈ। ਪਰ ਉਹਨਾਂ ਦਿਨਾਂ 'ਚ ਖੁੱਲ੍ਹ ਹੁੰਦੀ ਹੈ, ਆਉਣ ਦੀ ਕਿਸੇ ਨੂੰ ਆਗਿਆ ਨਹੀਂ ਹੁੰਦੀ।
ਸੋ ਬਾਬੇ ਉਹਨਾਂ ਦਿਨਾਂ 'ਚ ਵਿਚਾਰੇ ਕੁਛ ਨਹੀਂ ਕਹਿੰਦੇ, ਮੁੰਡਿਆਂ ਨੂੰ ਹੀ ਝਿੜਕਦੇ ਨੇ। ਅਖੀਰ ਜਿਹਦਾ ਘਰ ਨੇੜੇ ਆਈ ਜਾਂਦਾ ਉਹ ਕੁੜੀਆਂ ਆਪਦੇ ਘਰਾਂ 'ਚ ਵੜੀ ਜਾਂਦੀਆਂ ਨੇਗੀਆਂ। ਕਈ ਵਾਰ ਤਾਂ ਲਾਸਟ ਘਰ ਵਾਲੀਆਂ 4-5 ਹੀ ਰਹਿ ਜਾਂਦੀਆਂ, ਉਹ 4-5 ਵੀ ਗਿੱਧਾ ਪਾਉਂਦੀਆਂ, ਹਫਨ ਟੁੱਟਦੀਆਂ, ਅੰਦਰ ਵੜਦੀਆਂ। ਜਿਹੜਾ ਲਾਸਟ ਵਾਲੇ ਦਿਨ ਤੁਸੀਂ ਬੱਲੋ ਪਿੰਡ ਦਾ ਜਿਹੜੀ ਰਸਮ ਕਰਨ ਤੋਂ ਬਾਅਦ ਕੋਈ ਉਹ ਵੀ ਪੱਟ ਕੇ ਲੈ ਕੇ ਆਉਂਦੇ ਹੁੰਦੇ ਸੀ? ਹਾਂ, ਦੱਬ ਵੱਟ ਕੇ ਲੈ ਕੇ ਆਉਂਦੀਆਂ ਹੁੰਦੀਆਂ ਸੀ, ਘਾਹ ਤੇੜਾਂ ਵਾਲਾ ਘਾਹ। ਹੁਣ ਤੁਸੀਂ ਦੇਖੋ ਆ ਕਈ ਵਾਰ ਨਾ ਅੱਜ ਕੱਲ੍ਹ ਜਿਹੜਾ ਬਰੂ ਜਾ ਉੱਗਿਆ ਹੁੰਦਾ ਵੀ ਉਹ ਵੱਟ ਕੇ ਕਹਿੰਦੀਆਂ, ਉਹ ਨਹੀਂ ਪੱਟਿਆ ਜਾਂਦਾ ਕਦੇ ਵੀ। ਤੇੜਾਂ ਵਾਲਾ ਘਾਹ, ਕਿਉਂਕਿ ਘਾਹ ਤੋਂ ਅੱਗੇ ਤਿੜ ਜੜ ਬਣਦੀ ਹੈ, ਤਿੜ ਤੋਂ ਜੜ ਬਣੂਗੀ। ਜਿੱਥੇ ਜੜ ਨਹੀਂ ਉਹਨੂੰ ਕੋਈ ਥਾਂ ਨਹੀਂ, ਉਸ ਘਾਹ ਨੂੰ ਨਹੀਂ ਮਤਲਬ ਕਿ ਆ ਕੇ ਪੱਟ ਲਿਆਈ ਤੂੰ ਹੈ ਤਾਂਦਲਾ, ਬੋਲੀ ਨਹੀਂ ਮੇਰੀ ਕਮਲੀ ਤਾਂਦਲਾ ਲਿਆਈ ਕੁੜੀਆਂ ਦੁੱਬ ਲਿਆਈਆਂ। ਹੁਣ ਦੁੱਬ ਦੇ ਨਾਲ ਜੜ ਲੱਗਣੀ ਆ, ਇਹ ਔਰਤ ਦੀ ਕੁੱਖ ਦੇ ਹਰੀ ਹੋਣ ਦਾ ਪ੍ਰਤੀਕ ਹੈ। ਉਹ ਲੈ ਕੇ ਜਾਂਦੀਆਂ, ਆਪਦੀ ਚੁੰਨੀ ਦੇ ਲੜ ਗੰਢ ਦਿੰਦੀਆਂ ਨੇਗੀਆਂ ਤੇ ਜਾ ਕੇ ਨਲਕੇ ਵਾਲੇ ਥਾਂ ਤੇ, ਪਾਣੀ ਵਾਲੇ ਥਾਂ ਤੇ ਲਾਈ ਜਾਂਦੀਆਂ। ਹੁਣ ਇਹ ਚੀਜ਼ਾਂ ਕਿਸ ਚੀਜ਼ ਨੂੰ ਚਿੰਨੀਕ੍ਰਿਤ ਕਰਦੀਆਂ ਨੇ? ਔਰਤ ਦੀ ਕੁੱਖ ਹਰੀ ਹੋਣ ਨੂੰ ਕਰਦੀਆਂ ਨੇ। ਕਾਮਨਾ ਕੀਤੀ ਜਾਂਦੀ ਹੈ ਕਿ ਹੁਣ ਜਦੋਂ ਸਹੁਰੇ ਘਰ ਜਾਣਗੀਆਂ, ਆਹ ਟਾਈਮ ਲੰਘ ਗਿਆ, ਹੁਣ ਮਤਲਬ ਇਹ ਉਸ ਸਥਿਤੀ ਦੇ ਵਿੱਚ ਜਾਣ। ਸੋ ਇਸ ਕਰਕੇ ਧਰਤੀ ਤੇ ਔਰਤ ਇਸ ਸਮੇਂ ਦੇ ਵਿੱਚ ਐਨ ਇੱਕ ਰੂਪ ਹੋਈਆਂ ਹੁੰਦੀਆਂ ਨੇ, ਪੂਰੀਆਂ ਜਸ਼ਨ ਹੁੰਦਾ ਉਹਨਾਂ ਦੇ ਮਨ ਦੇ ਵਿੱਚ, ਜਿਵੇਂ ਧਰਤੀ ਦੇ ਵਿੱਚ ਉਵੇਂ ਹੀ ਔਰਤ ਦੇ ਮਨ ਦੇ ਵਿੱਚ। ਹੋਰ ਦੱਸੋ? ਬਸ ਮੰਮੀ ਤੁਸੀਂ ਇੰਨਾ ਜ਼ਿਆਦਾ ਸਾਨੂੰ ਖੁਸ਼ ਕੀਤਾ, ਅੱਜ ਬਹੁਤ ਵਧੀਆ ਲੱਗਿਆ। ਤੇ ਸਾਡਾ ਕੀ ਕਹਿੰਦੇ ਹੈਗੇ ਤੀਆਂ ਦੇਖਣ ਨੂੰ, ਮਤਲਬ ਇੰਨੀ ਨੌਲੇਜ ਮਿਲੀ ਸਾਨੂੰ, ਸਾਡਾ ਸੱਚੀ ਚ ਤੀਆਂ ਦੇਖਣ ਨੂੰ ਜੀ ਕਰਿਆ ਆ। ਇੱਕ ਦ੍ਰਿਸ਼ ਬਣ ਗਿਆ, ਸ਼ਾਇਦ ਆਪਾਂ ਕਦੇ ਨਹੀਂ ਦੇਖਿਆ ਇਸ ਤਰੀਕੇ ਨਾਲ ਸਾਨੂੰ ਇਹ ਗੱਲਾਂ ਪਤਾ ਹੀ ਨਹੀਂ ਸੀ, ਇਸ ਡੂੰਘੇ ਤਰੀਕੇ ਨਾਲ ਤੁਸੀਂ ਸਾਨੂੰ ਦੱਸਿਆ। ਦਰਸ਼ਕੋ, ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਸਾਡਾ ਚੈਨਲ ਲਾਈਕ ਕਰਿਓ, ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ। ਧੰਨਵਾਦ।